ਗੁਰਮੁਖ ਵਿਆਹਣ ਆਇਆ। ਵਿਆਹਣ ਆਇਆ ਗੁਰਮੁਖ ਹਰ ਪਾਇਆ, ਸਾਤਨ ਕੰਤ ਪਿਆਰੀ। ਸੰਤ ਜਨਾ ਮਿਲ ਮੰਗਲ ਗਾਏ, ਹਰ ਜੀਓ ਆਪ ਸਵਾਰੀ। ਸੁਰ ਨਰ ਗਣ ਗੰਧਰਵ ਮਿਲ ਆਏ, ਅਪੂਰਬ ਜੰਝ ਬਣਾਈ। ਨਾਨਕ ਪ੍ਰਭ ਪਾਇਆ ਮੈਂ ਸਾਚਾ, ਨਾ ਕਦੇ ਮਰੇ ਨਾ ਜਾਈ। ਧੰਨ ਵਾਹਿਗੁਰੂ ਸਾਹਿਬ ਜੀਓ। ਰਾਗ ਸੂਹੀ ਛੰਤ ਮਹਲਾ ਚੌਥਾ। ਘਰ ਤੀਜਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਪ ਹੋ ਸੰਤ ਜਨ ਹੋ, ਗੁਣ ਗਾਵਹਿ ਗੋਬਿੰਦ ਕੇਰੇ ਰਾਮ। ਗੁਰਮੁਖ ਮਿਲ ਰਹੀਐ ਕਰ ਬਾਜੇ, ਸ਼ਬਦ ਕਨੇਰੇ ਰਾਮ। ਸ਼ਬਦ ਕਨੇਰੇ ਹਰ ਪ੍ਰਭ ਤੇਰੇ, ਤੂੰ ਕਰਤਾ ਸਭ ਥਾਈ। ਅਹਨਸ ਜਪੀ ਸਦਾ ਸਲਾਹੀ, ਸਾਚ ਸ਼ਬਦ ਲਿਵ ਲਾਈ। ਅਨ ਦਿਨ ਸਹਿਜ ਰਹੇ ਰੰਗ ਰਾਤਾ, ਰਾਮ ਨਾਮ ਰਿਦ ਪੂਜਾ। ਨਾਨਕ ਗੁਰਮੁਖ ਏਕ ਪਛਾਣੈ, ਅਵਰ ਨਾ ਜਾਣੈ ਦੂਜਾ। ਨਾਨਕ ਗੁਰਮੁਖ ਏਕ ਪਛਾਣੈ, ਨਾਨਕ ਗੁਰਮੁਖ ਏਕ ਪਛਾਣੈ, ਅਵਰ ਨਾ ਜਾਣੈ ਦੂਜਾ। ਚਬਰ ਛਤਰ ਤਖਤ ਦਾ ਮਾਲਕ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚਾ ਪਾਤਸ਼ਾਹ ਸਾਹਿਬਾਂ ਦੀ ਮੁਬਾਰਕ ਗੋਦ ਵਿੱਚ ਜੁੜ ਬੈਠੇ ਗੁਰੂ ਪਿਆਰਿਓ, ਆਪ ਬੜੇ ਹੀ ਭਾਗਾਂ ਵਾਲੇ ਹੋ। ਗੁਰੂ ਨਾਨਕ ਪਾਤਸ਼ਾਹ ਜੀ ਦੀ ਪਾਵਨ ਬਾਣੀ, ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਬੋਲ ਆਪਣੇ ਅੰਤਰ ਆਤਮਾ ਅਤੇ ਸਮਾਜਿਕ ਤਲ ਤੇ ਆਪਾਂ ਆਪਣੇ ਆਪ ਨੂੰ ਸਵਾਰਨ ਦੇ ਲਈ ਸਾਹਿਬਾਂ ਕੋਲ, ਗੁਰੂ ਕੋਲੇ ਪਹੁੰਚਦੇ ਹਾਂ। ਸੋ ਆਓ ਜੋ ਅੱਜ ਦਾ ਸ਼ਬਦ ਆਪਾਂ ਰੱਬੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚੋਂ ਪੜ੍ਹੀ ਹੈ, ਉਸ ਪਾਵਨ ਬਾਣੀ ਦੀ ਵਿਚਾਰ, ਸ਼ਬਦ ਦੀ ਵਿਚਾਰ ਆਰੰਭ ਕਰੀਏ। ਆਰੰਭਤਾ ਤੋਂ ਪਹਿਲਾਂ ਆਪਸ ਵਿੱਚ ਸਭ ਨੇ ਗੁਰਫਤਿਹ ਦੀ ਸਾਂਝ ਪਾਉਣੀ, ਪ੍ਰੇਮ ਸਤਿਕਾਰ ਸਹਿਤ ਬੋਲਣਾ ਜੀ। ਆਖਿਓ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਪਾਵਨ ਬਾਣੀ ਆਪਾਂ ਪਿਛਲੇਰੇ ਦਿਨਾਂ ਤੋਂ ਪੜ੍ਹਦੇ ਆ ਰਹੇ ਹਾਂ ਰਾਗ ਸੂਹੀ ਦੇ ਵਿੱਚ।
ਲਾਵਾਂ ਦਾ ਪਾਠ ਹੋਇਆ। ਫਿਰ ਇੱਕ ਸ਼ਬਦ ਕੁਛ ਕੁ ਹਿੱਸਿਆਂ ਦੇ ਵਿੱਚ ਵੰਡ ਕੇ ਆਪਾਂ ਪਿਛਲੇ ਦਿਨਾਂ 'ਚ ਪੜ੍ਹਿਆ, ਤੇ ਅੱਜ ਦਾ ਪਾਵਨ ਸ਼ਬਦ ਜੋ ਆਪਾਂ ਇੱਕ ਪਦੇ ਦੇ ਰੂਪ ਵਿੱਚ ਗਾਇਨ ਕੀਤਾ ਹੈ। ਸ਼ਬਦ ਦੇ ਬੋਲ ਨੇ, ਰਾਗ ਸੂਹੀ ਛੰਤ ਮਹੱਲਾ ਚੌਥਾ ਘਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਬੜੇ ਸਹਿਜ ਠਰਮੇ ਅਤੇ ਸੰਤੁਸ਼ਟੀ ਦੇ ਘਰ ਵਿੱਚ ਪਹੁੰਚ ਕੇ ਆਪਣੇ ਹਿਰਦੇ ਦੇ ਵਿੱਚੋਂ ਇਲਾਹੀ ਬਾਣੀ ਦਾ ਅਲਾਪ ਕਰਦੇ ਨੇ, ਕਿਉਂਕਿ ਇਹ ਭਾਂਡਾ ਬਣਨਾ ਅਤੀ ਜ਼ਰੂਰੀ ਆ। ਭਾਂਡੇ ਨੇ ਵਸਤੂ ਨੂੰ ਸੰਭਾਲਣਾ ਹੁੰਦਾ, ਉਹ ਆਪਾਂ ਨੂੰ ਸਭ ਨੂੰ ਪਤਾ, ਪਰ ਜੇ ਭਾਂਡੇ ਵਿੱਚ ਛੇਕ ਹੋਵੇ ਤਾਂ ਉਹ ਵਸਤੂ ਨੂੰ ਨਹੀਂ ਸੰਭਾਲ ਸਕੇਗਾ। ਜੇ ਭਾਂਡੇ ਵਿੱਚ ਮੈਲ ਹੋਵੇ ਫਿਰ ਵੀ ਵਸਤੂ ਨਹੀਂ ਸੰਭਲੇਗੀ। ਜੇ ਭਾਂਡਾ ਕੱਚਾ ਹੋਵੇ ਤੇ ਫਿਰ ਵੀ ਵਸਤੂ ਨਹੀਂ ਟਿਕ ਸਕਦੀ। ਇੱਥੋਂ ਸਿੱਧ ਕੀ ਹੋ ਗਿਆ? ਭਾਂਡੇ ਦਾ ਪੱਕਾ ਹੋਣਾ ਜ਼ਰੂਰੀ ਆ, ਭਾਂਡਾ ਮੈਲ ਰਹਿਤ ਹੋਣਾ ਜ਼ਰੂਰੀ ਆ, ਭਾਂਡੇ ਵਿੱਚ ਛੇਕ ਨਹੀਂ ਹੋਣਾ ਚਾਹੀਦਾ, ਮੋਰੀ ਨਹੀਂ ਹੋਣੀ ਚਾਹੀਦੀ, ਤਿੜਕਿਆ ਨਹੀਂ ਹੋਣਾ ਚਾਹੀਦਾ। ਉਹ ਕਿਹੜਾ ਭਾਂਡਾ? ਸਾਡਾ ਸਰੀਰ। ਸਰੀਰ ਦੇ ਵਿੱਚ ਕੱਚਾਪਣ ਨਹੀਂ ਹੋਣਾ ਚਾਹੀਦਾ, ਸਰੀਰ ਦੇ ਅੰਦਰ ਮੈਲ ਨਹੀਂ ਹੋਣੀ ਚਾਹੀਦੀ, ਆਤਮਾ ਨੂੰ, ਮਨ ਨੂੰ। ਤੇ ਸਰੀਰ ਦੇ ਅੰਦਰ ਜਿਹੜਾ ਗੁਰੂ ਪਾਤਸ਼ਾਹ ਨੇ ਸਾਨੂੰ ਸੁਰਤ ਰੂਪੀ ਭਾਂਡਾ ਦਿੱਤਾ ਨਾ, ਜਿੱਥੇ ਜਾ ਕੇ ਰੱਬੀ ਬਾਣੀ ਨੇ ਟਿਕਣਾ ਗਾ, ਤੇ ਉਹ ਥਾਂ ਤੇ ਮੋਰੀ ਵੀ ਨਹੀਂ ਹੋਣੀ ਚਾਹੀਦੀ। ਪਹਿਲੇ 2 ਪੁਆਇੰਟ ਤਾਂ ਮੇਰੇ ਖਿਆਲ ਮੁਤਾਬਕ ਆਪਾਂ ਸੌਖੇ ਸਮਝ ਲਏ ਜਾਂ ਸਮਝ ਲਵਾਂਗੇ ਵੀ ਭਾਂਡਾ ਕੱਚਾ ਵੀ ਨਹੀਂ ਹੋਣਾ ਚਾਹੀਦਾ ਤੇ ਭਾਂਡੇ 'ਚ ਮੈਲ ਵੀ ਨਹੀਂ ਹੋਣੀ ਚਾਹੀਦੀ। ਇਹ ਤਾਂ ਦੋਨੇ ਗੱਲਾਂ ਸੌਖੀਆਂ। ਕੱਚੇ ਤੋਂ ਭਾਵ ਸਾਡੇ ਜੀਵਨ ਵਿੱਚ ਕੱਚਾਪਣ ਨਾ ਹੋਵੇ, ਬੇਵਿਸ਼ਵਾਸੀ, ਤੇ ਸਾਡੇ ਜੀਵਨ 'ਚ ਮੈਲ ਨਾ ਹੋਵੇ, ਮੈਲ ਤੋਂ ਰਹਿਤ ਹੋਵੇ। ਤੇ ਜਿਹੜੀ ਤੀਜੀ ਗੱਲ ਮੋਰੀ ਵਾਲੀ ਗੱਲ ਨਹੀਂ, ਭਾਂਡੇ 'ਚ ਮੋਰੀ ਨਹੀਂ ਹੋਣੀ ਚਾਹੀਦੀ, ਸੁਰਾਖ ਨਹੀਂ ਹੋਣਾ ਚਾਹੀਦਾ। ਇਹ ਕਿਹੜਾ ਸੁਰਾਖ ਆ ਸਾਡੇ ਜੀਵਨ 'ਚ? ਸਾਡੇ ਜੀਵਨ 'ਚ ਸੁਰਾਖ ਹੈ ਵਿਸ਼ੇ ਵਿਕਾਰਾਂ ਦਾ, ਅਗਿਆਨਤਾ ਦਾ ਕਹਿ ਲਓ। ਸਾਡੇ ਅੰਦਰ ਇੱਕ ਬਦਹਜ਼ਮੀ ਦਾ ਸੁਰਾਖ ਕਹਿ ਲਓ। ਸਾਡੇ ਜੀਵਨ ਦੇ ਵਿੱਚ ਇੱਕ ਤ੍ਰਿਸ਼ਨਾ ਦੀ ਵਿਰਤੀ ਵਾਲਾ ਸੁਰਾਖ ਕਹਿ ਲਓ। ਇਹ ਸੁਰਾਖ ਨੇ, ਛੇਕ ਨੇ, ਤੇ ਇਹ ਛੇਕ ਗੁਰੂ ਦੀ ਮੱਤ ਰਾਹੀਂ, ਗੁਰੂ ਦੇ ਗਿਆਨ ਰਾਹੀਂ ਬੰਦ ਹੋਣੇ ਨੇ। ਜਿਹੜੇ ਛੇਕ ਆ ਨਾ, ਇਹ ਗੁਰੂ ਦੇ ਪਾਵਨ ਗੁਰਬਾਣੀ ਸ਼ਬਦ ਦੇ ਰਾਹੀਂ ਬੰਦ ਹੋਣੇ ਨੇ। ਤ੍ਰਿਸ਼ਨਾ ਬੁਝੈ ਹਰਿ ਕੈ ਨਾਮ, ਤ੍ਰਿਸ਼ਨਾ ਰੂਪੀ ਮੋਰੀ ਗੁਰੂ ਨੇ ਪਾਜ ਲਾਉਣਾ, ਟੰਕਾ ਲਾਉਣਾ। ਅਗਿਆਨਤਾ ਦੇ ਜਾਲੇ ਨੂੰ ਗੁਰੂ ਨੇ ਪਾਸੇ ਕਰਨਾ, ਵਿਸ਼ੇ ਵਿਕਾਰਾਂ ਦੀ ਵਿਰਤੀ ਨੂੰ ਗੁਰੂ ਨੇ ਹਟਾਉਣਾ ਗਾ, ਗਿਆਨ ਨੇ ਹਟਾਉਣਾ ਕਹਿ ਲਓ। ਫਿਰ ਇਹ ਭਾਂਡਾ ਕਿਹੜਾ ਗਾ? ਘੜੀ ਹੈ ਸੁਰਤ। ਆਪਣੀ ਸੁਰਤ ਰੂਪੀ ਭਾਂਡੇ ਨੂੰ ਰੋਜ਼ ਆਪਾਂ ਘੜ ਕੇ ਰੱਖਣਾ ਗਾ। ਘੜੀ ਹੈ ਸ਼ਬਦ, ਸੱਚੀ ਟਕਸਾਲ, ਸ਼ਬਦ ਰੂਪੀ ਟਕਸਾਲ ਦੇ ਵਿੱਚ, ਸਤ ਸੰਗਤ ਵਿੱਚ ਬੈਠ ਕੇ ਗੁਰੂ ਮਹਾਵਤ ਕੋਲ ਜਾ ਕੇ ਫਿਰ ਅਸੀਂ ਆਪਣੇ ਭਾਂਡੇ ਨੂੰ ਸੋਹਣਾ ਬਣਾਉਣਾ। ਘੜੀ ਹੈ ਸੁਰਤ ਮਤ ਮਨ ਬੁੱਧ। ਫਿਰ ਆਪਾਂ ਆਪਣੇ ਜੀਵਨ ਵਿੱਚ ਸਿਆਣਪ ਆ ਜਿਹੜੀ ਉਹ ਪਾ ਲਵਾਂਗੇ। ਆਪਾਂ ਇੱਥੇ ਲਫ਼ਜ਼ ਵਰਤਿਆ ਸੀ ਵੀ ਧੰਨ ਗੁਰੂ ਰਾਮਦਾਸ ਮਹਾਰਾਜ ਬੜੇ ਟਕਾ ਸਹਿਜ ਥਰਮੇ ਦੇ ਨਾਲ ਸਾਨੂੰ ਸਮਝਾਉਂਦੇ ਨੇ। ਕਿਹਾ ਕੀ ਆ? ਫਿਰ ਆਵਾਜ਼ ਮਾਰੀ ਆ, ਕਹਿੰਦੇ ਆਵੋ, ਮਤਲਬ ਇਉਂ ਗੁਰੂ ਸਾਹਿਬ ਨੇ ਹੱਥ ਮਾਰਿਆ ਵੀ ਆ ਜਾਓ ਭਾਈ। ਹੁਣ ਥੋੜ੍ਹਾ ਜਿਹਾ ਸੋਚਿਓ ਵੀ ਕੀ ਗੁਰੂ, ਜਿਵੇਂ ਅਸੀਂ ਅੱਜ ਆਵਾਜ਼ ਦਿੰਦੇ ਹਾਂ ਵੀ ਆ ਜਾਓ ਭਾਈ, ਅੰਮ੍ਰਿਤ ਵੇਲਾ ਹੋ ਗਿਆ, ਉੱਠੋ, ਗੁਰੂ ਘਰ ਪਹੁੰਚ ਕੇ ਹਾਜ਼ਰੀ ਲਵਾਓ। ਵੈਸੇ ਮੇਰੇ ਖਿਆਲ ਮੁਤਾਬਕ ਤਾਂ ਇਹ ਗੱਲ ਕਹਿਣ ਵਾਲੀ ਹੈ ਹੀ ਨਹੀਂ ਵੀ ਆਓ। ਕਿਉਂ? ਕਿਉਂਕਿ ਜਿਹਨੂੰ ਲੋੜ ਆ ਉਹ ਆਪੇ ਆਵੇ।
ਅਸਲ ਤਾਂ ਗੱਲ ਇੱਥੇ ਟੁਕਦੇ ਨੇ। ਚਲੋ ਫਿਰ ਵੀ ਇੱਕ ਬਣਦੀ ਹੋਈ ਰੀਤ ਮੁਤਾਬਕ ਜਦੋਂ ਇਹ ਰੀਤ ਚੱਲੀ ਆ ਉਦੋਂ ਟਾਈਮ ਦੀ ਪ੍ਰੋਬਲਮ ਆਵੇ, ਘੜੀਆਂ ਘੰਟੇ ਟਾਈਮ ਪੀਸ ਨਹੀਂ ਹਨ, ਇੱਕ ਸਾਂਝੇ ਥਾਂ ਤੇ ਹੈ, ਉੱਥੋਂ ਅਨਾਉਂਸ ਕੀਤੀ ਗਈ ਵੀ ਆ ਜਾਓ ਭਾਈ। ਪਰ ਉੱਥੇ ਫਿਰ ਆਵਾਜ਼ ਦਿੱਤੀ ਜਾਂਦੀ ਵੀ ਆਵੋ ਭਾਈ ਆ ਜਾਓ। ਕੀ ਗੁਰੂ ਨਾਨਕ ਸਾਹਿਬ, ਕੀ ਗੁਰੂ ਅੰਗਦ ਸਾਹਿਬ, ਕੀ ਗੁਰੂ ਅਮਰਦਾਸ ਜਾਂ ਰਾਮਦਾਸ ਗੁਰੂ ਸਾਹਿਬ ਅਰਜਨ ਦੇਵ ਮਹਾਰਾਜ ਇੱਦਾਂ ਆਵਾਜ਼ ਦਿੰਦੇ ਹੋਣਗੇ ਵੀ ਆ ਜਾਓ ਭਾਈ, ਅੱਜ ਆਪਾਂ ਫਲਾਣੇ ਥਾਂ ਇੱਦਾਂ ਦਾ ਪ੍ਰੋਗਰਾਮ ਕਰਨਾ? ਨਹੀਂ, ਗੁਰੂ ਤਾਂ ਨੇਮ ਦੇ ਵਿੱਚ ਭਿੱਜ ਕੇ ਰੋਜ਼ ਗੁਰਬਾਣੀ ਸੁਣਦਾ ਵੀ ਹੈ ਅਤੇ ਗੁਰਬਾਣੀ ਪੜ੍ਹਦਾ ਵੀ ਹੈ। ਉਹ ਗੁਰਬਾਣੀ ਨੂੰ ਸੁਣਨ ਵਾਲਾ ਅੱਗੇ ਜਿੱਥੋਂ ਤੱਕ ਆਵਾਜ਼ ਜਾਂਦੀ ਆ, ਸਮਾਂ ਬੜਾ ਸਾਫ਼ ਹੈ, ਜੋ ਮੌਕੇ ਦਾ ਮਾਹੌਲ ਆ ਕਹਿ ਲਓ, ਵਾਤਾਵਰਨ ਕਹਿ ਲਓ, ਬਿਲਕੁਲ ਸਾਫ਼ ਆ, ਆਵਾਜ਼ ਨੋਰਮਲ ਹੀ ਬਹੁਤ ਦੂਰ ਤੱਕ ਜਾਂਦੀ ਆ। ਅਤੇ ਤਾਈਓਂ ਆਪਾਂ ਨੂੰ ਪਤਾ ਭਾਈ ਮੰਝ ਵਰਗੇ ਗੁਰੂ ਕੋਲੇ ਵਗ ਗਏ। ਅੱਜ ਵਾਂਗੂ ਸ਼ਾਇਦ ਇੱਦਾਂ ਦੇ ਵੱਡੇ ਵੱਡੇ ਐਂਪਲੀਫਾਇਰ, ਹਾਰਨ ਵਗੈਰਾ, ਇਹ ਯੂਨਿਟਾਂ ਵਗੈਰਾ ਨਹੀਂ ਹੋਣੀਆਂ, ਪਰ ਗੁਰੂ ਦਾ ਉੱਥੇ ਆਵਾਜ਼ ਮਾਰਨ ਦਾ ਭਾਵ ਕੀ ਹੈ? ਆਵਾਜ਼ ਮਾਰਨ ਦਾ ਭਾਵ ਮਤਲਬ ਗੁਰੂ ਨੇ ਆਪਣੇ ਵੱਲੋਂ ਪਦਾਰਥ ਦੀ ਢੇਰੀ ਲਾ ਲਈ ਤੇ ਗਾਹਕ ਉਹ ਪਦਾਰਥ ਵੇਖ ਕੇ ਆਪੇ ਆ ਗਏ। ਸੱਦੇ ਨਹੀਂ ਹਨ ਵੀ ਮੇਰੇ ਕੋਲੇ ਆ ਵਸਤੂ ਆ, ਤੁਸੀਂ ਆ ਜਾਓ ਖਰੀਦ ਲਓ, ਨਾ, ਗੁਰੂ ਨੇ ਇੱਕ ਥਾਂ ਤੇ ਢੇਰੀ ਲਾ ਲਈ ਵੀ ਆਹ ਪਦਾਰਥ ਇੱਥੋਂ ਹੀ ਮਿਲਦਾ, ਸੱਚਾ ਸੌਦਾ ਹੱਟ ਸੱਚ। ਫਿਰ ਉਹ ਗੁਰਬਾਣੀ ਨੂੰ ਗੁਰੂ ਸਾਹਿਬ ਗੈਨ ਕਰਦੇ ਨੇ, ਮਤਲਬ ਵਿਚਾਰ ਕਰਦੇ ਨੇ। ਉਹ ਵਿਚਾਰ ਜਿਵੇਂ ਜਿਵੇਂ ਕਿਸੇ ਦੇ ਕੰਨ 'ਚ ਪੈਂਦੀ ਆ ਉਵੇਂ ਉਵੇਂ ਅਗਲਾ ਗਾਹਾਂ ਦੱਸੀ ਜਾਂਦਾ। ਭਾਈ ਬੜੀ ਵਧੀਆ ਗੱਲ ਆ, ਗੁਰੂ ਨੇ ਬੜਾ ਵਧੀਆ ਸਮਝਾਇਆ। ਹੁਣ ਕੀ ਆ, ਗੁਰੂ ਕੋਲੇ ਸਭ ਆਉਣ ਲੱਗ ਗਏ। ਉਹ ਜਦੋਂ ਗੁਰੂ ਕੋਲੇ ਆਉਣ ਵਾਲੀ ਲੈਣ ਆ ਨਾ, ਫਿਰ ਉਹ ਲੈਣ ਵੱਲ ਤੱਕਦਿਆਂ ਹੋਇਆਂ ਗੁਰੂ ਸਾਹਿਬ ਜ਼ਿਕਰ ਕਰਦੇ ਨੇ ਵੀ ਵਾਹ ਵੀ ਵਾਹ, ਵੀ ਤੁਹਾਡਾ ਜੀਵਨ ਆ ਜਿਹੜਾ ਉਹ ਸਵਰਨਾ ਸ਼ੁਰੂ ਹੋ ਗਿਆ। ਜ਼ਮੀਨ ਦੇ ਵਿੱਚੋਂ ਨਦੀਨ ਪੁੱਟਣੇ ਸ਼ੁਰੂ ਕਰ ਦਿੱਤੇ ਤੇ ਹੌਲੀ ਹੌਲੀ ਇੱਕ ਦਿਨ ਇਹ ਜ਼ਮੀਨ ਬਿਲਕੁਲ ਸਾਫ਼ ਹੋ ਜੂ। ਫਿਰ ਇਹ ਜ਼ਮੀਨ 250 ਸਾਲ ਦੇ ਵਿੱਚ ਸਾਫ਼ ਹੋਈ ਆ। ਮੰਨ ਲਓ ਆਪਾਂ ਕੋਈ ਬੰਜੜ ਜ਼ਮੀਨ ਲੈ ਲਈਏ ਨਾ, ਦੁਨਿਆਵੀ ਤਲ ਤੇ ਉਦਾਹਰਨ ਲੈ ਲਓ ਵੀ ਆਪਾਂ ਨੂੰ 6 ਮਹੀਨਿਆਂ 'ਚ ਵੱਧ ਤੋਂ ਵੱਧ 1 ਸਾਲ 'ਚ, ਅੱਜ ਦੇ ਸਮੇਂ ਮੁਤਾਬਕ, ਵੈਸੇ 1 ਸਾਲ ਲੱਗਦਾ ਨਹੀਂ ਪਰ ਫਿਰ ਵੀ ਆਪਾਂ ਮੋਟਾ ਹਿਸਾਬ ਲਾ ਲਓ, 1 ਸਾਲ ਦੇ ਵਿੱਚ ਜ਼ਮੀਨ ਦੇ ਵਿੱਚ ਆਪਾਂ ਫਸਲ ਬੀਜ ਦਾਂਗੇ ਉਹਨੂੰ ਸਵਾਰ ਕੇ। ਪਰ ਜਿਹੜੀ ਗੱਲ ਇੱਥੇ ਜ਼ਮੀਨ ਦੀ ਆਪਾਂ ਹੁਣ ਕਰ ਰਹੇ ਹਾਂ ਨਾ, ਵੀ ਇਹ ਜ਼ਮੀਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਜਿਹੜੀ ਬੜੇ ਲੰਬੇ ਟਾਈਮ ਤੋਂ ਬੰਜੜ ਪਈ ਸੀ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਇਹ ਜ਼ਮੀਨ ਦੇ ਵਿੱਚ ਨਦੀਨ ਪੁੰਗਰੇ ਪਏ ਸੀ, ਕਿਤੇ ਕਾਮ, ਕਿਤੇ ਕ੍ਰੋਧ, ਕਿਤੇ ਲੋਭ, ਕਿਤੇ ਅਗਿਆਨਤਾ, ਕਿਤੇ ਤ੍ਰਿਸ਼ਨਾ, ਇਹ ਨਦੀਨ ਹਰੇ ਹੋਏ ਪਏ ਸੀ। ਇਹਨਾਂ ਨੂੰ ਹੁਣ ਗੁਰੂ ਨਾਨਕ ਬਾਬੇ ਨੇ ਪੱਟਿਆ, ਜੜ ਚੋਂ ਬੀਜ ਖਤਮ ਕੀਤਾ। ਉਹ ਕਿੰਨੇ ਟਾਈਮ ਦੇ ਵਿੱਚ ਇਹ ਬੀਜ ਬੋਣ ਯੋਗ ਬਣਾਈ ਹੈਗੀ? 250 ਸਾਲ ਦੇ ਅਰਸੇ 'ਚ। ਮੰਨ ਲਓ ਗੁਰੂ ਨਾਨਕ ਸਾਹਿਬ ਤੋਂ ਪੈਂਡਾ ਸ਼ੁਰੂ ਹੋਇਆ ਤੇ ਦਸ਼ਮੇਸ਼ ਪਿਤਾ ਜੀ ਤੱਕ ਇਹ ਮਾਰਗ ਚੱਲਦਾ ਰਿਹਾ। ਫਿਰ ਉੱਥੇ ਜਾ ਕੇ ਬਾਬੇ ਨੇ ਨਾ ਖਾਲਸੇ ਦਾ ਰੂਪ ਦਿੱਤਾ। ਪਹਿਲਾਂ ਜ਼ਮੀਨ ਦਾ ਨਾਂ ਕੀ ਸੀ? ਵੰਜੜ, ਤੇ ਹੁਣ ਕੀ ਨਾਂ ਬਣ ਗਿਆ? ਸੁੱਧ ਸਵਰੂਪ ਖਾਲਸਾ। ਤੇ ਖਾਲਸਾ ਕੀ ਹੁੰਦਾ? ਮਿਲਾਵਟ ਰਹਿਤ, ਸ਼ੁੱਧ, ਨਿਰਮਲ, ਪਵਿੱਤਰ। ਹੁਣ ਬਾਬੇ ਨੇ ਉੱਚੀ ਬਾਂਹ ਕਰਕੇ ਕਹਿ ਦਿੱਤੀ, ਕਹਿੰਦਾ ਹੁਣ ਇਹ ਜ਼ਮੀਨ ਭਾਈ ਬਿਲਕੁਲ ਸ਼ੁੱਧ ਹੋ ਗਈ, ਹੁਣ ਇਹਦੇ ਵਿੱਚ ਜਿਹੋ ਜਿਹਾ ਬੀਜ ਬੀਜਾਂਗੇ ਤੇ ਉਹੋ ਜਿਹਾ ਹਰਾ ਹੋ ਜੂ। ਪਰ ਹੈਰਾਨੀ ਆ, ਉਹ ਜ਼ਮੀਨ ਅੱਜ ਦੁਬਾਰਾ ਬਰਬਾਦ ਹੋ ਗਈ। ਹੁਣ ਮੰਨਣਾ ਪਵੇਗਾ ਨਾ, ਉਹ ਜ਼ਮੀਨ ਅੱਜ ਦੁਬਾਰਾ ਬਰਬਾਦ ਹੋ ਗਈ। ਇਹ ਕਿਉਂ? ਇੱਕ ਪ੍ਰਸ਼ਨ ਆਗਾ ਵੀ ਗੁਰੂ ਨਾਨਕ ਸਾਹਿਬ ਨੇ ਕਰਮ ਕਾਂਡਾਂ ਦਾ ਨਦੀਨ ਸਾਡੀ ਸੁਰਤ ਰੂਪੀ ਜਾਂ ਸਰੀਰ ਰੂਪੀ ਜ਼ਮੀਨ ਦੇ ਵਿੱਚੋਂ ਪੱਟ ਤੇ, ਮਤਲਬ ਸਾਨੂੰ ਕਰਮ ਕਾਂਡ ਅਗਿਆਨਤਾ ਦੇ ਵਿੱਚੋਂ ਕੱਢ ਕੇ ਪਾਤਸ਼ਾਹ ਨੇ ਗਿਆਨ ਦੀ ਦਾਤ ਦਿੱਤੀ। 250 ਸਾਲਾਂ ਦੇ ਵਿੱਚ ਸਾਨੂੰ ਸ਼ੁੱਧ ਕਰਤਾ, ਗੁਰੂ ਸਾਹਿਬ ਨੇ ਕਰਤਾ ਨਾ। ਅੱਛਾ, ਹੁਣ ਕੀ ਆ, ਜਿਹੜੀ ਸਟੇਜ ਤੋਂ ਗੁਰੂ ਨਾਨਕ ਸਾਹਿਬ ਨੇ ਸਾਨੂੰ ਚੱਕਿਆ ਸੀ, ਅਸੀਂ ਉਸੇ ਲੈਵਲ ਤੇ ਦੁਬਾਰਾ ਪਹੁੰਚ ਗਏ। ਸੋਚਣ ਵਾਲੀ ਗੱਲ ਆ। ਹੁਣ ਇਹ ਕਿਉਂ? ਹੁਣ ਇੱਥੇ ਮਤਲਬ ਕਿ ਇੱਕ ਚਿੰਨ੍ਹ ਲੱਗ ਗਿਆ ਨਾ ਵੀ ਇਹ ਕਿਉਂ ਦੁਬਾਰੇ ਆਪਾਂ ਉਸੇ ਸਟੈਪ ਤੇ ਕਿਉਂ ਪਹੁੰਚੇ ਆਂਗੇ? ਇਹਦਾ ਕਾਰਨ ਕੀ ਆ? ਕਾਰਨ ਮੋਟਾ ਜਿਹਾ ਇੱਕੋ ਹੀ ਆ ਬਸ। ਵੈਸੇ ਕਾਰਨ ਬਹੁਤ ਨੇ, ਜਿਵੇਂ ਕਹਿੰਦੇ ਨੇ 5ਵੇਂ ਪਾਤਸ਼ਾਹੀ ਸ਼ਹਾਦਤ ਦਾ ਕਾਰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼, ਗੁਰੂ ਦੀ ਪਾਵਨ ਬਾਣੀ ਨੂੰ ਇਕੱਠਾ ਕਰਨਾ ਮੇਨ ਵੱਡਾ ਕਾਰਨ ਇਹ ਆ। ਉੱਦਾਂ ਨਾਲ ਕਾਰਨ ਬਹੁਤ ਜੁੜ ਗਏ।
ਉਹਦਾ ਕਾਰਨ ਤਾਂ ਬਹੁਤ ਜੁੜ ਗਏ ਨਾ, ਪ੍ਰਿਥੀ ਚੰਦ ਵਰਗਿਆਂ ਦੀ ਵਿਰੋਧਤਾ, ਖੁਸਰੋ ਦੀ ਬਗਾਵਤ, ਜਾਂ ਮਤਲਬ ਕਿ ਗੁਰੂ ਪਾਤਸ਼ਾਹ ਜੀ ਨੇ ਜੋ ਚੰਦੂ ਦੀ ਲੜਕੀ ਦਾ ਰਿਸ਼ਤਾ ਮਨਾ ਕੀਤਾ ਗਾ। ਇੱਦਾਂ ਦੇ ਕਾਰਨ ਹੋਰ ਕਾਫੀ ਜੁੜ ਗਏ, ਪਰ ਮੇਨ ਕਾਰਨ ਮੇਜਰ ਇੱਕ ਆ। ਇੱਥੇ ਮੋਟਾ ਜਿਹਾ ਕਾਰਨ ਇੱਕੋ ਹੀ ਆ ਵੀ ਦੁਬਾਰਾ ਅਸੀਂ ਉਹਨਾਂ ਕਰਮਕਾਂਡਾਂ ਵਿੱਚ ਕਿਉਂ ਪੈ ਗਏ, ਕਿਉਂਕਿ ਕਦੇ ਉਹ ਵਕਤ ਸੀ ਗੁਰੂ ਦੇ ਦਰਬਾਰ ਵਿੱਚੋਂ ਜਾਂ ਗੁਰੂ ਦੀ ਸੰਗਤ ਵੱਲੋਂ ਕਿਸੇ ਦੇ ਪਰਥਾਏ ਪਟਾ ਲਿਖ ਕੇ ਦਿੱਤਾ ਜਾਂਦਾ ਵੀ ਇਹਨੂੰ ਆਪਾਂ ਸਾਰੀ ਦੀ ਸਾਰੀ ਜ਼ਿੰਮੇਵਾਰੀ ਦੇਣੀ ਆ, ਤੇ ਉੱਥੇ ਖਾਲਸਾ ਠੋਕਰ ਮਾਰਦਾ ਰਿਹਾ, ਨਹੀਂ ਮੈਂ ਨਹੀਂ ਜ਼ਿੰਮੇਵਾਰੀ ਲੈਣੀ ਗੀ, ਮੈਂ ਨਹੀਂ ਆਗੂ ਬਣਨਾ, ਨਾ ਮੈਂ ਨਹੀਂ ਬਣਨਾ। ਅੱਜ ਜਿਹੜੀ ਮੇਨ ਦੌੜ ਆ ਉਹ ਸਾਡੇ ਜੀਵਨ ਦੇ ਵਿੱਚ ਜਿੱਥੋਂ ਤੱਕ ਨਜ਼ਰ ਪੈਂਦੀ ਆ ਵੀ ਸਾਡੇ ਇਸ ਦੁਬਾਰਾ ਨਦੀਨ ਪੁੱਗਰਨ ਦੀ ਜਿਹੜੀ ਆਪਸ਼ਨ ਦਿੱਤੀ ਆ ਨਾ, ਉਹ ਵਾਹਿਗੁਰੂ ਭਲਾ ਕਰੇ, ਸੁਮਤ ਬਖਸ਼ੇ ਸਭ ਨੂੰ। ਗਿਆਨ ਨਾਲੋਂ ਹੀਣੇ ਕਮਲੇ ਆਗੂ ਲੋਕਾਂ ਦੇ ਕਰਕੇ ਕੁਛ ਹੋਇਆ ਹੈਗਾ। ਮੰਨ ਲਓ ਡਾਕਟਰ ਹਸਪਤਾਲ ਦੇ ਵਿੱਚ ਆ, ਉਹਨੇ ਕਾਫੀ ਵੱਡੀ ਟੀਮ ਰੱਖੀ ਹੋਈ ਆ, ਜਿਹੋ ਜਿਹੇ ਮਰੀਜ਼ ਉਹਦੇ ਕੋਲੇ ਪਹੁੰਚਦੇ ਆ, ਕੋਈ ਚਮੜੀ ਦੇ ਰੋਗਾਂ ਦਾ, ਕੋਈ ਡਾਕਟਰ ਸਿਰ ਦਾ ਮਾਹਰ ਆ, ਕੋਈ ਪੇਟ ਦਾ ਮਾਹਰ ਆ, ਕੋਈ ਜੋੜਾਂ ਦਾ ਮਾਹਰ ਆ, ਉਹਨੇ ਅੱਡੋ ਅੱਡ ਡਾਕਟਰ ਰੱਖੇ ਹੋਏ ਨੇ, ਟੀਮ ਰੱਖੀ ਹੋਈ ਆ। ਉਸੇ ਹਸਪਤਾਲ ਦੇ ਵਿੱਚ ਇੱਕ ਕੋਨੇ ਕਮਰਾ ਬਣਿਆ ਹੋਇਆ, ਮੈਨੇਜਰ ਵੀ ਬੈਠਾ ਗਾ, ਪੂਰੀ ਦੀ ਪੂਰੀ ਸਿਸਟਮ ਨੂੰ ਚਲਾਉਣ ਦੇ ਲਈ। ਕਿਤੇ ਵੀ ਉਹ ਗੜਬੜ ਹੁੰਦੀ ਆ ਤਾਂ ਆਪਣੀ ਤਨਦੇਹੀ ਨਾਲ, ਜ਼ਿੰਮੇਵਾਰੀ ਨਾਲ ਉਸ ਗੜਬੜ ਨੂੰ ਦੂਰ ਕਰਦਾ। ਅੱਛਾ, ਹੁਣ ਕੀ ਘਟਨਾ ਬਣੀ? ਮਰੀਜ਼ ਆਇਆ, ਜੇ ਤਾਂ ਉਹ ਡਾਕਟਰ ਕੋਲੇ ਗਿਆ ਫਿਰ ਤਾਂ ਉਹਦਾ ਇਲਾਜ ਪੱਕਾ, ਫਿਰ ਤਾਂ ਕਾਗਜ਼ ਤੇ ਲਿਖਣਾ ਪਊ ਨਾ ਪੱਕਾ ਇਲਾਜ ਹੋਊਗਾ ਭਾਈ। ਜੇ ਉਹ ਮਰੀਜ਼ ਮੈਨੇਜਰ ਦੇ ਧੱਕੇ ਚੜ੍ਹ ਜੇ ਤੇ ਮੈਨੇਜਰ ਕਹੇ ਦਵਾਈ ਡਾਕਟਰ ਮੁਤਾਬਕ ਨਹੀਂ, ਦਵਾਈ ਮੇਰੇ ਮੁਤਾਬਕ ਦਿੱਤੀ ਜਾਊਗੀ, ਹੁਣ ਸੋਚ ਕੇ ਦੇਖੋ ਕੀ ਹੋਊਗਾ। ਹੁਣ ਇੱਥੇ ਆ ਕੇ ਆਪਣੀ ਜਿਹੜੀ ਜ਼ਿੰਦਗੀ ਦੀ ਅੱਜ ਦੀ ਕਰਮਕਾਂਡੀ ਬਿਰਤੀ ਹੈ ਨਾ, ਉਹ ਕਿਉਂ ਬਣੀ? ਇੱਥੇ ਆ ਕੇ ਸਾਨੂੰ ਇਹ ਨਤੀਜਾ ਮਿਲਦਾ ਗਾ ਵੀ ਭਾਵ ਜਿਹੜਾ ਡਾਕਟਰ ਸੀ ਉਹ ਮਾਹਰ ਨਹੀਂ, ਜਿਹੜਾ ਮੈਨੇਜਰ ਸੀ ਪੂਰੀ ਭਾਵ ਡਿਪਾਰਟਮੈਂਟ ਨੂੰ ਸਾਂਭਣ ਵਾਲਾ, ਉਹਨੇ ਪੂਰੀ ਦੀ ਪੂਰੀ ਟੀਮ ਨੂੰ ਮੈਨੇਜ ਕਰਨਾ ਗਾ। ਅਸੀਂ ਉਹਨੂੰ ਡਾਕਟਰ ਮੰਨ ਬੈਠੇ, ਉਹਨੂੰ ਡਾਕਟਰ ਮੰਨ ਬੈਠੇ ਜਿਹਨੂੰ ਦਵਾਈ ਦੇਣ ਦਾ ਚੱਜ ਨਹੀਂ, ਪਰ ਉਹਨੂੰ ਬਾਹਰੀ ਤੌਰ ਤੇ ਸਾਰਾ ਕੁਝ ਪਤਾ ਵੀ ਕਿਵੇਂ ਮੈਂ ਆਪਣੇ ਆਪ ਨੂੰ ਜਾਂ ਪੂਰੀ ਦੀ ਪੂਰੀ ਕੰਮ ਧੰਦੇ ਨੂੰ ਸਾਂਭ ਕੇ ਰੱਖਣਾ ਗਾ। ਪਰ ਜਿਹੜਾ ਡਾਕਟਰ ਸੀ ਉਹ ਸੀ ਵਿਚਾਰਾ ਅਣਜਾਣ। ਦੋ ਗੜਬੜਾਂ ਹੋ ਗਈਆਂ। ਮਤਲਬ ਗੁਰਬਾਣੀ ਦੀ ਵਿਆਖਿਆ ਕਰਨ ਵਾਲਾ, ਗੁਰਬਾਣੀ ਦਾ ਸਹੀ ਗਿਆਨ ਦੇਣ ਵਾਲਾ, ਗੁਰਬਾਣੀ ਨੂੰ ਭਾਵ ਸਹੀ ਢੰਗ ਨਾਲ ਦੂਜਿਆਂ ਤੱਕ ਸੁਨੇਹਾ ਦੇਣ ਵਾਲਾ, ਉਹ ਜ਼ਿੰਮੇਵਾਰੀ ਕਿਸੇ ਗ੍ਰੰਥੀ ਜਾਂ ਰਾਗੀ ਜਾਂ ਪ੍ਰਚਾਰਕ ਕਥਾਵਾਚਕ ਦੀ ਸੀ, ਉਹ ਅਣਜਾਣ। ਅੱਛਾ, ਦੂਜਾ ਪੁਆਇੰਟ ਜਿਹੜਾ ਮਤਲਬ ਕਿ ਉਹ ਕੰਮ ਸੀ ਗੁਰਬਾਣੀ ਦੀ ਵਿਆਖਿਆ ਸੇਧ ਅੱਗੇ ਦੇਣ ਦਾ, ਉਹ ਕੰਮ ਸਾਂਭ ਲਿਆ ਕਿਹਨੇ? ਮੈਨੇਜਰ ਨੇ, ਮਤਲਬ ਪ੍ਰਬੰਧਕ ਨੇ। ਉਹ ਕਹਿੰਦਾ ਮੈਨੂੰ ਪਤਾ ਗਾ। ਹੁਣ ਇੱਥੇ ਗੜਬੜ ਹੋ ਗਈ, ਇੱਥੇ ਗੜਬੜ ਹੋ ਗਈ ਨਾ। ਇਵੇਂ ਜਿਵੇਂ ਉਹ ਗੁਰੂ ਨਾਨਕ ਸਾਹਿਬ ਜੀ ਨੇ ਜਿਸ ਥਾਂ ਤੋਂ ਸਾਨੂੰ ਚੱਕਿਆ ਸੀ, ਜ਼ਮੀਨ ਨੂੰ ਸਵਾਰਨਾ ਸ਼ੁਰੂ ਕੀਤਾ, ਉਹ ਜ਼ਮੀਨ ਆ ਨਾ ਦੁਬਾਰਾ ਉਹਨਾਂ ਨਦੀਨਾਂ ਦਾ ਸ਼ਿਕਾਰ ਹੋ ਗਈ। ਇਹਦਾ ਮੋਟਾ ਜਿਹਾ ਕਾਰਨ ਭਾਈ ਆਹੀ ਆ ਬਸ। ਮਤਲਬ ਹਰ ਇੱਕ ਕੰਮ ਹਰ ਇੱਕ ਬੰਦੇ ਦੇ ਜੀਵਨ ਨਾਲ ਸੰਬੰਧਿਤ ਆ, ਉਹ ਵੀ ਬੰਦਾ ਕਿਹੋ ਜਿਹੀ ਕੁਆਲਿਟੀ ਦਾ ਮਾਲਕ ਆ। ਸਕੂਲ ਦੇ ਵਿੱਚ ਵਗ ਜਾਓ, ਸਾਇੰਸ ਟੀਚਰ ਆਡਾ, ਡਰਾਇੰਗ ਟੀਚਰ ਆਡਾ, ਪੰਜਾਬੀ ਦਾ ਆਡਾ, ਇੰਗਲਿਸ਼ ਦਾ ਆਡਾ, ਮੈਥ ਟੀਚਰ, ਮਤਲਬ ਉਹਨਾਂ ਦੇ ਅੱਡੋ ਅੱਡ ਸਬਜੈਕਟ ਨੇਗੇ। ਇਵੇਂ ਜਿਵੇਂ ਡਾਕਟਰ ਨੇਗੇ, ਭਾਵ ਇਵੇਂ ਜਿਵੇਂ ਮੰਨ ਲਓ ਸਿਆਣੇ ਇੱਕ ਟੱਬਰ ਦੇ ਵਿੱਚ ਕੰਮ ਵੰਡੇ ਪਏ ਨੇ। ਜਿਹੜੀ ਭੈਣ ਨੂੰ ਰਸੋਈ ਦਾ ਹਿਸਾਬ ਕਿਤਾਬ ਆ ਉਹ ਰਸੋਈ ਦਾ ਕੰਮ ਕਰਦੀ ਆ, ਜਿਹਨੂੰ ਮੱਝਾਂ ਗਾਵਾਂ ਦਾ ਹਿਸਾਬ ਕਿਤਾਬ ਉੱਧਰ ਕੰਮ ਕਰਦੀ ਆ, ਜਿਹਨੂੰ ਕੱਢਣ ਕੱਤਣ ਦਾ ਪਤਾ ਉਹ ਉੱਧਰ ਕੰਮ ਕਰਦੀ, ਜਿਹਨੂੰ ਸਿਲਾਈ ਕਢਾਈ ਦਾ ਹੁੰਦਾ। ਇੱਦਾਂ ਹੀ ਆ ਨਾ। ਭਾਵ ਕੀ ਆ, ਇੱਥੇ ਆ ਕੇ ਧਰਮ ਦੇ ਵਿੱਚ ਜਦੋਂ ਆਪਾਂ ਗੁਰੂ ਨਾਨਕ ਦੇ ਬਾਬੇ ਦੇ ਨਾ ਘਰ ਵਿੱਚ ਵੇਖਦੇ ਆ, ਇੱਥੇ ਆ ਕੇ ਰਲਗੱਡ ਬਣ ਗਿਆ, ਇੱਥੇ ਰਲਗੱਡ ਬਣ ਗਿਆ, ਤਾਈਓ ਅਸੀਂ ਪਿੱਛੇ ਹੋ ਗਏ। ਹੁਣ ਗੁਰੂ ਨਾਨਕ ਸਾਹਿਬ ਜਾਂ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਕਿੰਨੇ ਸਿਆਣੇ ਡਾਕਟਰ ਨੇ, ਜਿਨ੍ਹਾਂ ਨੇ ਜਦੋਂ ਵੀ ਮਰੀਜ਼ ਪਹੁੰਚਿਆ, ਮਰੀਜ਼ ਉਹ ਪਹੁੰਚਿਆ ਜਿਹੜਾ ਮਰੀਜ਼ ਕਾਫੀ ਲੰਬੇ ਟਾਈਮ ਤੋਂ ਬਿਮਾਰ ਹੈਗਾ,
ਉਹ ਮਰੀਜ਼ ਪਹੁੰਚੇ ਨਾ, ਨਾਲ ਦੀ ਨਾਲ ਗੁਰੂ ਬਾਬੇ ਨੇ ਅਜਿਹੀ ਦਵਾਈ ਲਾਈ ਤੇ ਉਹ ਮਰੀਜ਼ ਦਾ ਇਲਾਜ ਕਰਤਾ। ਆਪਣੀ ਗੱਲ ਸੀ ਵੀ 250 ਸਾਲਾਂ ਦੇ ਗੇੜ ਵਿੱਚ ਗੁਰੂ ਨੇ ਸਾਡੀ ਸਰੀਰਕ ਅਤੇ ਸੁਰਤ ਕਰਕੇ ਜ਼ਮੀਨ ਨੂੰ ਸਵਾਰਿਆ ਸੀ, ਪਰ ਅਸੀਂ ਉਸੇ ਪੜਾਅ ਤੇ ਫੇਰ ਪਹੁੰਚ ਗਏ ਹਾਂ। ਅਸੀਂ ਆਪਣੀ ਪਾਰਖੂ ਵਿਰਤੀ ਨੂੰ ਛੱਡ ਕੇ ਲਾਈ ਲੱਗ ਵਿਰਤੀ ਬਣਾ ਕੇ ਉਸੇ ਥਾਂ ਤੇ ਦੁਬਾਰਾ ਕਰਮਕਾਂਡ ਦੇ ਵਿੱਚ ਫਸ ਗਏ। ਤਾਈਓ ਇੱਥੇ ਆਪਾਂ ਕਿਹਾ ਸੀ ਵੀ ਗੁਰੂ ਬਾਬੇ ਦਾ ਹੋਕਾ ਦੇਣਾ ਕੀ ਸੀ, ਵੀ ਆਪ ਉਹ ਆਉਣ ਤੋਂ ਭਾਵ ਕੀ ਸੀਗਾ, ਵੀ ਭਾਵ ਗੁਰੂ ਇਸ ਢੰਗ ਨਾਲ ਹਰ ਇੱਕ ਨੂੰ ਸਮਝਾ ਰਿਹਾ ਗਾ ਵੀ ਉਹ ਸਾਦਾ ਨਹੀਂ, ਉਹ ਸਮਝਾਈ ਇੰਨੇ ਸੋਹਣੇ ਢੰਗ ਨਾਲ ਰਿਹਾ ਗਾ। ਸੱਦਣ ਵਾਲਾ ਕੰਮ ਤਾਂ ਜਿਹੜਾ ਗੁਰੂ ਕੋਲੇ ਆ ਕੇ ਸਮਝ ਗਿਆ ਨਾ, ਉਹ ਆਪੇ ਕਰਨ ਲੱਗ ਗਿਆ। ਗੁਰੂ ਨੇ ਸੱਦਿਆ ਨਹੀਂ, ਸੱਦ ਨਹੀਂ ਮਾਰੀ, ਪਰ ਗੁਰੂ ਨੇ ਸਮਝਾਈ ਇੰਨੇ ਢੰਗ ਨਾਲ ਸੋਹਣੇ ਨਾਲ ਵੀ ਉਹ ਜਿਹੜੇ ਨੇ ਸੁਣ ਕੇ ਸਮਝਿਆ ਨਾ, ਉਹਨੇ ਅੱਗੇ ਹੋਰਾਂ ਨੂੰ 10 ਨੂੰ ਹੋਰ ਦੱਸਦਾ ਵੀ ਇੱਥੇ ਆਓ ਭਾਈ। ਜਿਵੇਂ ਕਿ ਅੱਜ ਇੱਕ ਕੰਪਨੀ ਦੇ ਵਿੱਚ ਸਿਸਟਮ ਬਣਿਆ ਹੋਇਆ ਨਾ, ਜੋ ਵੀ ਮਤਲਬ ਕਿ ਆਪਾਂ ਵੇਖਦੇ ਹਾਂ ਵੀ ਇੱਕ ਗਾਹਕ ਆਗਾ, ਉਹਨੂੰ ਕੋਈ ਵਸਤੂ ਦੁਕਾਨ ਤੋਂ ਵਧੀਆ ਲੱਗੀ, ਕੱਪੜਾ ਵਧੀਆ ਲੱਗਿਆ, ਉਹਨੇ 10 ਨੂੰ ਹੋਰ ਦੱਸ ਦਿੱਤਾ। ਪਰ ਇੱਥੇ ਆ ਕੇ ਬੰਦਾ ਇਹ ਕੰਮ ਭੁੱਲ ਗਿਆ, ਇੱਥੇ ਛੱਡਤਾ ਆਪਾਂ ਕੰਮ, ਨਾ ਆਪਾਂ ਕਿਸੇ ਤੋਂ ਕੀ ਲੈਣਾ, ਇੱਥੇ ਆ ਕੇ ਗੜਬੜ ਹੋ ਗਈ। ਦੂਜੀ ਗੱਲ, ਜਿਹੜੀ ਡਾਕਟਰ ਵਾਲਾ ਕੰਮ ਸੀਗਾ ਉਹ ਭਾਈ ਮੈਨੇਜਰ ਨੇ ਸਾਂਭ ਲਿਆ। ਹੁਣ ਮੈਨੇਜਰ ਦੇ ਹਿਸਾਬ ਨਾਲ ਦਵਾਈ ਨਹੀਂ ਚੱਲੇਗੀ, ਮੈਨੇਜਰ ਨੇ ਤਾਂ ਪੂਰੇ ਡਿਪਾਰਟਮੈਂਟ ਨੂੰ ਮੈਨੇਜ ਕਰਨਾ ਵੀ ਕਿਵੇਂ ਸੰਭਾਲਣਾ ਗਾ, ਡਾਕਟਰ ਨੇ ਦਵਾਈ ਆਪਣੇ ਹਿਸਾਬ ਨਾਲ ਦੇਣੀ ਆ। ਗੁਰੂ ਬਾਬਾ ਡਾਕਟਰ ਸੀ, ਉਹਨੇ ਆਪਣੇ ਕੋਲ ਗ੍ਰੰਥੀ, ਪ੍ਰਚਾਰਕ ਜਾਂ ਕੋਈ ਰਾਗੀ, ਢਾਡੀ, ਜੋ ਵੀ ਜਿਹਦੀ ਡਿਊਟੀ ਆ, ਉਹਨੂੰ ਆਪਣੇ ਕੋਲੇ ਰੱਖਿਆ ਵੀ ਦਵਾਈ ਤੂੰ ਚੱਕ ਚੱਕ ਦੇਈ ਚੱਲੀ ਤੇ ਮੈਂ ਤੈਨੂੰ ਦੱਸੀ ਜਾਊਂਗਾ। ਪਰ ਇਹ ਕੰਮ ਗੁਰੂ ਬਾਬਾ ਡਾਕਟਰ ਤਾਂ ਕਰ ਰਿਹਾ ਗਾ, ਪਰ ਅਸੀਂ ਉੱਥੇ ਆਪਣਾ ਕੰਮ ਆ ਇਹ ਛੱਡ ਦਿੱਤਾ। ਅਸੀਂ ਦਵਾਈ ਚੱਕ ਕੇ ਫੜਾਉਣੀ ਬੰਦ ਕਰ ਦਿੱਤੀ, ਅਸਲੀ ਜਿਹੜਾ ਗਿਆਨ ਸੀ, ਸੇਧ ਸੀ, ਉਹ ਦੇਣਾ ਬੰਦ ਕਰ ਦਿੱਤਾ। ਹੁਣ ਚੌਥੇ ਪਾਤਸ਼ਾਹ ਨੇ ਆਪਣੀ ਜੀਵਨ ਦੇ ਵਿੱਚੋਂ ਕੀ ਦੱਸਿਆ, ਆਪ ਹੋ ਸੰਤ ਜਨ ਹੋ, ਐ ਰੱਬ ਦੇ ਪਿਆਰੋ, ਆਓ ਆਪਾਂ ਰਲ ਮਿਲ ਕੇ ਨਾ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣ ਗਾਈਏ। ਫਿਰ ਕੀ ਆ, ਗੁਣ ਗਾਵ ਹੈ ਗੋਬਿੰਦ ਕੇਰੇ ਰਾਮ, ਗੁਰੂ ਗੋਬਿੰਦ ਦੇ। ਕਿਹੜਾ ਗੋਬਿੰਦ ਆ ਇੱਥੇ? ਪਰਮਾਤਮਾ ਗੋਬਿੰਦ, ਸ੍ਰਿਸ਼ਟੀ ਨੂੰ ਪਾਲਣ ਵਾਲਾ। ਇੱਥੇ ਨਾ ਗੁਰੂ ਹਰਗੋਬਿੰਦ ਸਾਹਿਬ ਦੀ ਗੱਲ ਆ ਤੇ ਨਾ ਹੀ ਗੁਰੂ ਗੋਬਿੰਦ ਸਿੰਘ ਦੀ ਗੱਲ ਆ, ਕਿਉਂਕਿ ਚੌਥੇ ਪਾਤਸ਼ਾਹ ਨਾਲ ਤਾਂ ਉਹਨਾਂ ਦਾ ਪਿੱਛੇ ਆ ਨਾ ਜਨਮ, ਤੇ ਬਾਣੀ ਉਦੋਂ ਪਹਿਲਾਂ ਰਚੀ ਵੀ ਆ। ਹੁਣ ਇੱਥੇ ਪਰਮਾਤਮਾ ਰੂਪੀ ਗੋਬਿੰਦ ਦੇ ਆਓ ਆਪਾਂ ਰਲ ਮਿਲ ਕੇ ਗੁਣ ਗਾਈਏ। ਗੁਣ ਗਾਉਣ ਤੋਂ ਭਾਵ ਕੀ ਹੈ, ਆਪਣੇ ਜੀਵਨ ਦੇ ਵਿੱਚ ਉਹਨਾਂ ਗੁਣਾਂ ਨੂੰ ਲੈ ਕੇ ਜਾਈਏ। ਅੱਗੇ ਜ਼ਿਕਰ ਕੀਤਾ, ਗੁਰਮੁਖ ਮਿਲ ਗਈਏ ਘਰ ਵਾਜੇ ਸ਼ਬਦ ਘਨੇਰੇ ਰਾਮ। ਕਹਿੰਦੇ ਜਦੋਂ ਆਪਾਂ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣ ਗਾਉਣ ਲੱਗੇ ਨਾ, ਕਹਿੰਦੇ ਫਿਰ ਇਸ ਸਰੀਰ ਰੂਪੀ ਘਰ ਦੇ ਵਿੱਚ ਬਾਜੇ ਵੱਜਣੇ ਸ਼ੁਰੂ ਹੋ ਜਾਣਗੇ। ਚਲੋ ਇੱਥੇ ਇੰਨੀ ਕਾਫੀ ਆ ਵੀ ਜਦੋਂ ਗੱਲ ਆ ਗਈ ਨਾ ਬਾਜੇ ਵੱਜਣੇ ਸ਼ੁਰੂ ਹੋ ਜਾਣਗੇ, ਇੰਨੀ ਕਾਫੀ। ਤੁਸੀਂ ਸਾਰੇ ਸਿਆਣੇ ਬੈਠੇ ਹੋ ਵੀ ਇੱਥੇ ਦੁਨਿਆਵੀ ਤੌਰ ਤੇ ਨਾ ਬਾਹਰੀ ਕਿਸੇ ਕਿਸਮ ਦੀ ਆਵਾਜ਼ ਨੂੰ ਵਾਜੇ ਦਾ ਰੂਪ ਨਹੀਂ ਦਿੱਤਾ। ਵੀ ਬਾਹਰੀ ਤੌਰ ਤੇ ਨਾ ਕੋਈ ਆਵਾਜ਼ ਪਵੇ ਤੇ ਉਹਨੂੰ ਕੀ ਕਿਹਾ ਜਾਂਦਾ, ਵੀ ਉਹ ਧੁਨ ਕੀ ਆ, ਪਰਮਾਤਮਾ ਵੱਲੋਂ ਦਿੱਤੀ ਹੋਈ ਇੱਕ ਧੁਨ ਆ, ਵਾਜਾ ਗਾ, ਅਨਹਦ ਤੂਰਾ ਗਾ ਨਾ। ਇੱਥੇ ਅਨਹਦ ਤੁਰਾ ਕੀ ਆ, ਆਪਾਂ ਗੁਰੂ ਪਾਤਸ਼ਾਹ ਨੂੰ ਪੁੱਛਿਆ ਅੱਗੇ ਕਈ ਵਾਰੀ ਵੀ, ਫਿਰ ਇੱਥੇ ਗੱਲ ਆਈ ਆ, ਫਿਰ ਆਪਾਂ ਸੰਖੇਪ ਦੇ ਵਿੱਚ ਵਾਹਿਗੁਰੂ ਨੂੰ ਪੁੱਛ ਲਵਾਂਗੇ। ਤੇ ਪਾਤਸ਼ਾਹ ਕਹਿੰਦੇ ਵਾਜਾ ਅਨਹਦ ਤੁਰਾ ਨਾ ਗਿਆਨ ਆਗਾ। ਜਦੋਂ ਗਿਆਨ ਹੋ ਗਿਆ, ਉਹ ਗਿਆਨ ਦੇ ਨਾਲ ਹੀ ਮਨੁੱਖ ਤੁਰ ਪਿਆ। ਹੁਣ ਮੰਨ ਲਓ ਮੋਟਰਸਾਈਕਲ, ਗੱਡੀ ਆਪਾਂ ਸਟਾਰਟ ਕਰ ਲਈ, ਜੇ ਆਪਾਂ ਨੂੰ ਰਸਤੇ ਦਾ ਪਤਾ ਨਹੀਂ, ਕਿਹੜੇ ਰਾਹੇ ਕਿਹੜੇ ਪਾਸੇ ਜਾਣਾ, ਤਾਂ ਸੱਚਾ ਵੀ ਆਪਾਂ ਆਪਣੇ ਟਿਕਾਣੇ ਤੇ ਮੰਜ਼ਿਲ ਤੇ ਨਹੀਂ ਪਹੁੰਚ ਸਕਾਂਗੇ। ਉੱਥੇ ਦਿਮਾਗ ਵਿੱਚ ਤੂਰਾ ਵੱਜ ਪਿਆ, ਇੱਕ ਅਨਹਦ ਤੂਰਾ ਵੱਜ ਪਿਆ। ਕਿਹੜਾ? ਵੀ ਭਾਵ ਜਿੱਥੇ ਤੂੰ ਜਾਣਾ, ਮੰਨ ਲਵੋ ਵੀ ਆਪਾਂ ਚੰਡੀਗੜ੍ਹ ਜਾਣਾ, ਹੁਣ ਸੁਰਤ ਦੇ ਵਿੱਚ ਖਿਆਲ ਆ ਗਿਆ ਵੀ ਇੱਥੋਂ ਆਪਾਂ ਆਹ ਰਸਤਿਆਂ ਵਿੱਚੋਂ ਦੀ ਲੰਘ ਜਾਵਾਂਗੇ, ਇੱਥੋਂ ਆਪਾਂ ਨਾ ਆਹ ਸ਼ਹਿਰ ਕੱਟ ਦੇਵਾਂਗੇ, ਬਾਈਪਾਸ ਲੰਘ ਜਾਵਾਂਗੇ ਤੇ ਆਪਾਂ ਨੂੰ ਸ਼ਹਿਰ ਵਿੱਚ ਭਟਕਣ ਦੀ ਲੋੜ ਨਹੀਂ ਪਵੇਗੀ। ਮਤਲਬ ਉਹ ਪੂਰੀ ਦੀ ਪੂਰੀ ਫਿਲਮ ਆ ਨਾ, ਜਿਹੜੀ ਫੋਟੋ ਆ ਗਈ, ਨਕਸ਼ਾ ਜਿਹੜਾ ਉਹ ਸਾਡੀ ਸੁਰਤ 'ਚ ਬੋਲਣ ਲੱਗ ਗਿਆ। ਹੁਣ ਬੰਦਾ ਗੱਡੀ ਚਲਾਉਣ ਵਾਲਾ ਗੱਲਾਂ ਵੀ ਕਰੀ ਜਾਂਦਾ ਗਾ, ਹੱਸੀ ਵੀ ਜਾਂਦਾ ਗਾ ਨਾਲ ਦੇ ਮਿੱਤਰਾਂ ਨਾਲ ਜਿਨ੍ਹਾਂ ਨੂੰ ਆਪਣੇ ਨਾਲ ਵਹਾਇਆ ਹੋਇਆ ਗਾ, ਤੇ ਰਸਤੇ ਤੋਂ ਖੁੰਝਿਆ ਵੀ ਨਹੀਂ ਗਾ। ਕਾਰਨ ਉਹਦੇ ਅੰਦਰ ਅਨਹਦ ਤੂਰਾ ਵੱਜ ਪਿਆ। ਤੇ ਹੁਣ ਇੱਥੇ ਕਿਹੜਾ ਅਨਹਦ ਤੂਰਾ ਹੈਗਾ? ਇੱਥੇ ਜ਼ਿੰਦਗੀ ਰੂਪੀ ਗੱਡੀ ਆ, ਸਾਡਾ ਸਰੀਰ ਰੂਪੀ ਗੱਡੀ ਆ।
रोज़ आपां नवीं सड़क ते चढ़दे हां, रोज़ दिन चढ़दा ना, ये नवीं सड़क आ गई, रोज़ नवीं सड़क ते चढ़दे आ ते नਵੇਂ नਵੇਂ चांस सानूं दिंदे ने। बस जिहड़ा इन्हां मुश्किलां दे विचों लंघदा गया ते अपने घर दे काम धंदिਆਂ ਵਿੱਚ भी रहा, परिवार ਵਿੱਚ भी रहा, हासी ठट्ठा भी करदा रहा, दुख सुख झलदा रहा ते तुरदा गया, औंकड़ नूं औंकड़ ना मन्निया, ਉਹਦੇ अंदर अनहद तूरा ਵੱਜਣਾ शुरू हो गया। धन गुरु गोबिंद सिंह महाराज ना आनंद मन लो भी पटने साहब, पटने बाद चलो आप पिछे भी माता गुजर कौर ने पूरी दी पूरी रूप रेखा पटना साहब दीयां गलियां विच, पटना साहब दी धरती ते दशमेश पिता दे अंदर बनाती। धन आओ मां धन जननी जिन जाया, जिस मां ने जन्म दिता ना उन्हें रूप रेखा सारी बना दी। फिर जदों गुरु तेग बहादुर महाराज जी दे कोल पहुँचते ने, उदों धन गुरु तेग बहादुर महाराज जी ने अपने पुੱਤ नूं सोहणे ढंग नाल शिंगारना शुरू कर दिता। ते अजे वो गुरु नहीं है, अजे केवल गोबिंद राय आगा। ते जिस दिन 9 साल की उम्र में धन गुरु तेग बहादुर महाराज जी दिल्ली वाल जाते हैं ना, तो उस दिन धन गुरु गोबिंद सिंह महाराज जी उन्हां दे जीवन दे अंदर पूरे दा पूरा नक्शा बना दिता। की औंकड़ आउणगियां यकीनन सच दे मार्ग ते चलोगे ना तो आपां नूं पता मुश्किलां वधणगियां घटदियां नहीं। दूजी गल जिन्नियां मुश्किलां आउणगियां उन्ना मनुख तिखा हुंदा। जिवें कल तिखे दीवे की गल सी ना, हुण गुरु साहब जी जिन्नियां मुश्किलां उन्ना तिखा। हुण धन गुरु गोबिंद सिंह महाराज जी दे जीवन दी पूरी रूप रेखा डिटेल वो बन चुकी आ। ते हुण वो भाव सफ़र तय करदियां तकलीफां आ रही ने। नदी दे किनारे वर्गा जीवन बन गया ना, कदे झाड़ियां विच पानी वजया, कदे टोए विच वजया, कदे नदी किनारे नहर किनारे रूड़ियां आ गईयां, कदे किवें कदे साफ कदे किवें। इवें जिवें साडी जिंदगी आ, साइडां तो मुश्किलां आउंदियां जांदियां रहिंदियां ने। कदे झाड़ां च वड़ गए, कदे टोयां च, कदे रूड़ी दे किनारे कोल दी लंघदे आ। हुण गुरु साहब जी कहंदे हुण वो अनहद तूरा की है ज्ञान। जे वो अंदर ज्ञान दा अनहद तूरा बजदा ना फिर तू घबरावेगा नहीं। फिर जो नर दुख में दुख नहीं माने, आ अनहद तूरा गा भाई। हुण गुरु ने साडे अंदर ज्ञान दा तूरा वरता। हुण ये ज्ञान दे तूरे दी जां ज्ञान दे वाजे दी गल किहने कीती? चौथे पातशाह ने। हुण गुरु पातशाह जी दे जीवन विच ज्ञान दा वाजा ਵੱਜਣ लग गया। हुण अपने ना अंदर दिमाग विच कई बारी ख्याल आउंदा भी 9वें पातशाह की उम्र भी छुट गई है यार, भी छोटी जी उम्र दे विच इन्ना सियाणा होना मुश्किल की गल आ। सारे अंदर है ना अपने भी छोटी उम्र होवे, सियाणा इन्ना बनना होवे। ये दो पक्ष ने, एक पक्ष तां मां, दूजा पक्ष चंगा उस्ताद मिल जावे। फिर ये चंगे उस्ताद वालों जीवन की यात्रा सेध की मिली हैगी, वो ये मिली आ भी उन्हें समझा दिता भी जिन्नियां मुश्किलां आउणगियां उन्हां तू सियाणा बनेगा। ये सच्चाई आ। हुण उम्र छोटी आ, तकलीफां वध ने, ऐटोमैटिक ही सियाणा हो गया। तकलीफां वध आ ना, उम्र छोटी आ, ऐटोमैटिक ही सियाणा बन गया। हुण गुरु नानक साहब के जीवन नाल भी यही गल्लां संबंधित ने। हुण गुरु नानक साहब ला लो भी उन्हां दा जीवन की है, भी उन्होंने दुनिया के दुख अपने अंदर महसूस किए। हुण गुरु नानक साहब ते 9 साल की उम्र में कोई दुख नहीं आएगा, पर दशमेश पिता के जीवन में झटके वजन लग गए, चांस दिसन लग गए। हुण गुरु नानक साहब ने दुनिया दे दुख नूं अपने अंदर महसूस किया, मतलब किसी दे दुख नूं अपना दुख मन्निया। वो तिखे हो गए, तेज हो गए, ते तेज इन्ने को हो गए उन्होंने दुनिया का सुधार करना शुरू कर दिता। ज्यों ज्यों मुश्किलां वधदियां गईयां ते गुरु साहब उन्ने तिखे हुंदे गए। ये पहले पातशाह तो लेके दशमेश पिता जां बंदा सिंह बहादुर तक। हुण बंदा सिंह बहादुर ते ला लो, वाहिगुरू भला करे, पहला किन्ना आलसी जीवन आ, एक थां ते बैठा, एक थां ते बैठा ना, जंतर मंतर दे विच उलझिया पियागा। कोई भी ओदी जिंदगी दी सुनक्खी रूप रेखा नहीं है। भाव वो हासी ठट्ठे विच, जंतरा मंत्रां दे विच, होर ऐरे गैरे गलत कामां दे विच फसिया पियागा। जदों हुण गुरु साहब ने ना सारा दृश्य साहबजादियां वाला विखाया भी आ कुछ पंजाब दी धरती ते वापरियागा,
ਸਾਰਾ ਕੁਝ ਵਿਖਾਤਾ ਨਾ। ਤੇ ਵੇਖਣ ਤੋਂ ਬਾਅਦ ਉਹਨੂੰ ਭਾਵ ਪੰਜਾਬ ਦੀ ਧਰਤੀ ਦਾ ਦਰਦ ਆਪਣਾ ਦਰਦ ਲੱਗਿਆ, ਉਹਦੇ ਅੰਦਰ ਕੁਝ ਜਾਗਿਆ, ਉਹ ਗਿਆਨ ਦਾ ਤੂਰਾ ਵੱਜ ਪਿਆ ਵੀ ਹੁਣ ਮੇਰੇ ਤੇ ਕਿਰਪਾ ਕਰੋ, ਮੈਨੂੰ ਕੁਝ ਕਰਨ ਦੇ ਲਈ ਤੁਸੀਂ ਹਿੰਮਤ ਬਖਸ਼ੋ, ਮਤਲਬ ਮੈਨੂੰ ਤੁਸੀਂ ਹੁਕਮ ਕਰੋ। ਫਿਰ ਹੁਕਮ ਦਸ਼ਮੇਸ਼ ਪਿਤਾ ਨੇ ਕੀ ਕੀਤਾ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਤੇਰੀ ਆਹ ਡਿਊਟੀ ਹੈ, ਤੂੰ ਇਹ ਨਿਭਾ ਸਕਦਾਂਗਾ? ਹਾਂ ਨਿਭਾਊਂਗਾ, ਜ਼ਰੂਰ ਨਿਭਾਊਂਗਾ। ਤੇ ਫਿਰ ਭਾਵ ਗੁਰੂ ਪਾਤਸ਼ਾਹ ਨੇ ਆਪ ਖੁਦ ਅੰਮ੍ਰਿਤ ਤਿਆਰ ਕਰਕੇ ਬੰਦਾ ਸਿੰਘ ਬਹਾਦਰ ਨੂੰ ਛਕਾਇਆ। ਪਹਿਲਾਂ ਮਾਧੋ ਦਾਸ ਆ ਨਾ, ਫਿਰ ਬੰਦਾ ਸਿੰਘ ਬਣਿਆ, ਬਹਾਦਰ ਦਾ ਰੁਤਬਾ ਮਿਲਿਆ ਤੇ ਫਿਰ ਉਹ ਪੰਜਾਬ ਦੀ ਧਰਤੀ ਵੱਲ ਆਇਆ। ਕਿੱਥੋਂ ਕੁ ਤੱਕ ਤਿੱਖਾ ਹੋਇਆ ਤੇ ਆਪਾਂ ਨੂੰ ਪਤਾ, ਉਹ ਡੋਲਿਆ ਨਹੀਂ ਹੈ। ਤੇ ਜਿਹੜੀ ਅੱਜ ਜ਼ਮੀਨ ਦੇ ਮਾਲਕ ਆ ਨਾ, ਜਿਹੜੇ ਕਹਿੰਦੇ ਨੇ ਸਾਨੂੰ ਅਰਦਾਸਾਂ ਤੇ ਯਕੀਨ ਨਹੀਂ, ਸਾਨੂੰ ਗੁਰੂ ਤੇ ਯਕੀਨ ਨਹੀਂ, ਹੋਰ ਕਾਹਦੇ ਤੇ ਯਕੀਨ ਆ? ਜਿੱਥੇ ਯਕੀਨ ਆ ਜਾਓ ਫਿਰ ਉੱਥੇ। ਅੱਛਾ, ਜਿਹੜੀ ਜ਼ਮੀਨ ਦੇ ਮਾਲਕ ਆ ਨਾ, ਸਭ ਤੋਂ ਪਹਿਲਾਂ ਕੱਲਾ ਬੰਦਾ ਸਿੰਘ ਬਹਾਦਰ ਨੇ ਪੂਰੀ ਦੀ ਪੂਰੀ ਜ਼ਮੀਨ ਦੀ ਮਾਲਕੀ ਸਾਡੇ ਨਾਂ ਕਰਵਾਈ ਆ। ਤੇ ਕਿਹੜਾ ਜ਼ਮੀਂਦਾਰ ਆ, ਕਿਸਾਨ ਆਗਾ, ਜਿਹੜਾ ਬੰਦਾ ਸਿੰਘ ਬਹਾਦਰ ਦੇ ਜੀਵਨ ਬਾਰੇ ਜਾਣਦਾ ਹੈਗਾ? ਹੈ ਕੋਈ? ਸੋਚ ਕੇ ਦੇਖੋ। ਕਹਿਣਾ ਸੌਖਾ ਜੀ ਅਸੀਂ ਨਹੀਂ ਗੁਰੂ ਘਰ ਨੂੰ ਮੰਨਦੇਗੇ, ਨਾ ਨਾ ਨਾ, ਇਹ ਤਾਂ ਰੋਜ਼ ਦੀ ਉਹੀ ਗੱਲ ਆ ਨਾ। ਸਾਡੀ ਤਾਂ ਉੱਥੇ ਗ੍ਰੰਥੀ ਨਾਲ ਨਹੀਂ ਬਣਦੀ, ਸਾਡੀ ਪ੍ਰਬੰਧਕਾਂ ਨਾਲ ਨਹੀਂ ਬਣਦੀ, ਅਸੀਂ ਉੱਥੇ ਕੀ ਲੈਣ ਜਾਣਾਗਾ? ਸਾਡੀ ਸ਼੍ਰੋਮਣੀ ਕਮੇਟੀ ਨਾਲ ਨਹੀਂ ਬਣਦੀ, ਅਸੀਂ ਹਰਿਮੰਦਰ ਸਾਹਿਬ 'ਚ ਕਿਉਂ ਜਾਵਾਂਗੇ? ਅਸੀਂ ਨਹੀਂ 10 ਰੁਪਏ ਮੱਥਾ ਟੇਕ ਦੇਗੇ, ਨਾ ਟੇਕੋ, ਕੋਈ ਗੱਲ ਨਹੀਂ ਹੈ। ਪਰ ਸੋਚਣ ਵਾਲੀ ਗੱਲ ਇਹ ਆ ਵੀ ਜਿਹਨੇ ਜਿਸ ਜ਼ਮੀਨ ਦਾ ਸਾਨੂੰ ਮਾਲਕ ਬਣਾਇਆ, ਉਹਦੀ ਤਸਵੀਰ ਸਾਡੇ ਦਿਲ 'ਚ ਹੈ। ਸੋਚ ਕੇ ਦੇਖੋ। ਕਹਿਣਾ ਸੌਖਾ ਗਾ, ਪਰ ਗੱਲ ਕਮਾਉਣੀ ਬਹੁਤ ਔਖੀ ਹੈਗੀ। ਜਿਸ ਨੇ ਭਾਵ ਸਾਰਾ ਅੱਡੀ ਚੋਟੀ ਦਾ ਤਨ ਦੇਹੀ ਨਾਲ ਜ਼ੋਰ ਲਾ ਕੇ ਇਹ ਜ਼ਮੀਨ ਦੇ ਭੋਏ ਦੇ ਮਾਲਕ ਬਣਾਇਆ ਨਾ, ਉਹਨੂੰ ਕੌਣ ਤੇ ਕਿੰਨਾ ਕੁ ਯਾਦ ਕਰਦੇ ਆ, ਇਹ ਸੋਚਣ ਵਾਲੀ ਗੱਲ ਆ। ਕਹਿਣ ਤੋਂ ਭਾਵ ਉਹ ਅਨਹਦ ਤੂਰਾ ਜਿਹੜਾ ਆਪਣੇ ਅੰਦਰ ਵੱਜਦਾ, ਉਹ ਗਿਆਨ ਦੇ ਤੂਰੇ ਨਾਲ ਬੰਦਾ ਸਿੰਘ ਬਹਾਦਰ ਵਰਗਿਆਂ ਨੇ ਸਾਨੂੰ ਵਸਣ ਜੋਗੇ ਕੀਤਾ, ਸਾਨੂੰ ਕੁਝ ਨਾ ਕੁਝ ਵਸਣ ਜੋਗੇ ਛੱਡਤਾ। ਇਸ ਕਰਕੇ ਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਗਿਆਨ ਦਾ ਤੂਰਾ ਗਾ ਭਾਈ, ਗਿਆਨ ਦਾ ਵਾਜਾ ਗਾ। ਇਹ ਚੌਥੇ ਪਾਤਸ਼ਾਹ ਦਾ ਆਪਾਂ ਪਾਵਨ ਵਚਨ ਪੜ੍ਹਿਆ ਗਾ। ਤੇ ਚੌਥੇ ਪਾਤਸ਼ਾਹ ਦਾ ਜੀਵਨ ਕਿਹੋ ਜਿਹਾ ਉਹਦੇ ਬਾਰੇ ਵੀ ਆਪਾਂ ਜਾਣਦੇ ਆ। ਉਮਰ ਛੋਟੀ ਆ, ਮਾਪੇ ਚੜ੍ਹਾਈ ਕਰ ਗਏ, ਆਪਾਂ ਸਾਰੇ ਜਾਣਦੇ ਆ। ਹੁਣ ਕੀ ਆ, ਹੁਣ ਅੰਦਰ ਅਹਿਸਾਸ ਜਾਗਿਆ ਵੀ ਜੇ ਕੁਛ ਕਰਾਂਗੇ ਤਾਂ ਖਾਵਾਂਗੇ। ਫਿਰ ਆਪਾਂ ਨੂੰ ਪਤਾ ਨਾ, ਗੁਰੂ ਪਾਤਸ਼ਾਹ ਨੇ ਬਚਪਨ ਦੇ ਵਿੱਚ ਮਿਹਨਤ ਕੀਤੀ ਹੈ, ਦਿਹਾੜੀ ਕੀਤੀ ਆ, ਮਜ਼ਦੂਰੀ ਕੀਤੀ ਆ। ਸਾਡੇ ਗੁਰੂ ਨੇ, ਜਿਹੜੇ ਗੁਰੂ ਦਾ ਸੋਨੇ ਦਾ ਘਰ ਆ ਨਾ, ਉਹ ਗੁਰੂ ਨੇ ਬਚਪਨ ਦੇ ਵਿੱਚ ਮਿਹਨਤ ਕੀਤੀ। ਗਲੀਆਂ ਦੇ ਵਿੱਚ ਜਾ ਕੇ ਨਾ ਬੁੱਕ ਛੋਲਿਆਂ ਦਾ ਵੇਚਦਾ ਰਿਹਾ ਹੈਗਾ, ਬਕਲੀਆਂ ਦਾ, ਜਿਹਨੂੰ ਘੁੰਗਣੀਆਂ ਕਹਿੰਦੇ ਨੇ ਆਪਾਂ, ਵੇਚਦਾ ਰਿਹਾ ਨਾ। ਹੋਰ ਉਹਦੇ ਅੰਦਰ ਅਹਿਸਾਸ ਜਾਗਿਆ ਵੀ ਨਾ ਮੈਂ ਆਪਣਾ ਢਿੱਡ ਭਰਨਾ, ਨਾ ਆਪਣੀ ਨਾਨੀ ਦਾ ਢਿੱਡ ਭਰਨਾਗਾ। ਇੱਥੇ ਦੂਜਾ ਆ ਕੇ ਨਾ ਮੇਰੇ ਘਰ ਦੇ ਵਿੱਚ ਕੁਝ ਖਾਣ ਨੂੰ ਨਹੀਂ ਦੇਵੇਗਾ। ਪਰ ਉਹਨਾਂ ਦੀ ਇਹ ਮਿਹਨਤ ਵੇਖ ਕੇ ਧੰਨ ਗੁਰੂ ਅਮਰਦਾਸ ਮਹਾਰਾਜ ਨੂੰ ਤਰਸ ਆ ਗਿਆ। ਉਹ ਕਹਿੰਦਾ ਚੱਲ ਪੁੱਤ ਤੂੰ ਮੇਰੇ ਕੋਲ ਚੱਲ ਵੜ, ਗੋਬਿੰਦਵਾਲ ਵਕਤ ਚੱਲਦੇ ਆਪਾਂ, ਤੇ ਉੱਥੇ ਤੁਸੀਂ ਜਿੰਨੀ ਕੁ ਨਾ ਸੇਵਾ ਕਰ ਲਿਆ ਕਰੋ ਤੇ ਤੁਹਾਨੂੰ ਨਾ ਭੋਜਨ ਪਾਣੀ ਉੱਥੇ ਮਿਲਿਆ ਕਰੂਗਾ, ਠੀਕ ਹੈ ਨਾ? ਚਲੋ ਤੁਸੀਂ ਮੇਰੇ ਨਾਲ ਚਲੋ ਉੱਥੇ, ਠੀਕ ਹੈ ਨਾ? ਹੁਣ ਕੀ ਹੈ, ਹੁਣ ਗੋਬਿੰਦਵਾਲ ਸਾਹਿਬ ਆ ਗਏ ਤੇ ਹੁਣ ਦਿਨ ਰਾਤ ਇੱਕ ਕਰਤੀ ਵੀ ਜੇ ਮੈਂ ਕੰਮ ਕਰੂੰਗਾ ਤਾਂ ਮਿਲੂਗਾ ਤੇ ਨਹੀਂ ਮਿਲਣਾ ਮੁਸ਼ਕਲ ਹੈ। ਫਿਰ ਉਹ ਕੰਮ ਦੇ ਸਦਕਾ, ਲਗਨ ਦੇ ਸਦਕਾ, ਅੰਦਰ ਦੇ ਪਿਆਰ ਸਦਕਾ, ਭਾਵ ਕੀ ਹੈ, ਕੇਵਲ ਗੁਰੂ ਹੀ ਜਪਦਾ ਗਾ। ਜਿੱਥੋਂ ਕੁਛ ਮਿਲਿਆ ਉਹ ਅਰਾਧਨਾ ਸ਼ੁਰੂ ਕਰਤਾ ਨਾ, ਅੰਤਰ ਗੁਰ ਅਰਾਧਨਾ, ਅੰਤਰ ਆਤਮੇ ਧਿਆਉਣਾ ਸ਼ੁਰੂ ਕਰ ਦਿੱਤਾ। ਹੁਣ ਸਾਈਡ ਤੋਂ ਆ ਕੇ ਕਦੇ ਪਿੰਡੋਂ, ਕਦੇ ਕੋਈ ਗੁਆਂਢੀ, ਕਦੇ ਕੋਈ ਰਿਸ਼ਤੇਦਾਰ ਬੜੇ ਤਾਨੇ ਮਿਹਣੇ ਮਾਰਦੇ ਨੇ, ਉਹ ਤੁਰਿਆ ਫਿਰਦਾ ਧੱਕੇ ਖਾਂਦਾ। ਜਿਸ ਦਿਨ ਵਿਆਹ ਹੋ ਗਿਆ ਉਸ ਦਿਨ ਵੀ, ਜਿਸ ਦਿਨ ਵਿਆਹ ਹੋਣ ਤੋਂ ਬਾਅਦ ਸਹੁਰੇ ਘਰ ਦੇ ਵਿੱਚ ਹੀ ਕੰਮ ਕਰ ਰਹੇ ਨੇ, ਉਸ ਦਿਨ ਵੀ ਮਿਹਣੇ ਵੱਜਦੇ ਰਹੇ ਨੇ। ਪਰ ਅਨਹਦ ਤੂਰੇ ਨੇ ਕਿਸੇ ਦੇ ਮਿਹਣੇ ਨੂੰ ਅੰਦਰ ਹਿਰਦੇ ਤੱਕ ਜਾਣ ਨਹੀਂ ਦਿੱਤਾਗਾ। ਅੰਦਰ ਦੇ ਤੂਰਾ, ਅੰਦਰ ਦੀ ਆਵਾਜ਼, ਅੰਦਰ ਦਾ ਭਾਵ ਵਾਜਾ ਸੀ ਨਾ ਜਿਹੜਾ, ਉਹ ਉੱਚੀ ਵੱਜਦਾ ਸੀ। ਉਹਨੇ ਕੁਝ ਵੀ ਸਾਈਡ ਤੋਂ ਸੁਣਨ ਨਹੀਂ ਦਿੱਤਾਗਾ। ਜਿਹਦੇ ਅੰਦਰ ਅਨਹਦ ਤੂਰਾ ਵੱਜ ਪਏ। ਥੋੜਾ ਜਿਹਾ ਹੋਰ ਸੌਖਾ ਨਕਸ਼ਾ ਬਣਾਓ। ਕਈ ਵਾਰ ਨਾ ਆਪਣੇ ਅੰਦਰ ਮੰਨ ਲਓ ਆਪਾਂ ਰਸਤੇ ਤੁਰੇ ਜਾਂਦੇ ਆ, ਆਪਣੇ ਅੰਦਰ ਨਾ ਕੋਈ ਛੋਟਾ ਮੋਟਾ ਆਪਣੇ ਘਰ ਦੇ ਕੰਮ ਦਾ ਖਿਆਲ ਬਣਿਆ ਪਿਆ ਵੀ ਮੈਂ ਜਾ ਕੇ ਆਹ ਕਰਨਾਗਾ, ਆਹ ਛੱਡਣਾਗਾ, ਇਹਨੂੰ ਦੇਣੇ ਆ, ਇਹ ਤੋਂ ਲੈਣੇ ਆ, ਇੱਦਾਂ ਆਪਣੇ ਅੰਦਰ ਰੀਲ ਬਣੀ ਪਈ ਹੈ ਨਾ। ਅੱਛਾ, ਕੋਈ ਸਾਈਡ ਤੋਂ ਆਵਾਜ਼ ਮਾਰੇ, ਹੱਥ ਖੜਾ ਕਰੇ ਵੀ ਕਿਵੇਂ ਫਲਾਨਾ ਸਿਆ, ਆਪਾਂ ਬੋਲੇ ਨਹੀਂ। ਇਹਦੋਂ ਸਿੱਧ ਕੀ ਹੋ ਗਿਆ ਵੀ ਅੰਦਰ ਆਪਣੇ ਕੁਝ ਨਾ ਕੁਝ ਜਿਹੜਾ ਬੋਲ ਰਿਹਾ ਨਾ, ਉਹ ਇੰਨਾ ਉੱਚੀ ਬੋਲ ਰਿਹਾ ਗਾ, ਉਹਨੇ ਸਾਨੂੰ ਸਾਈਡ ਵਾਲੇ ਵਿਅਕਤੀ ਦੀ ਗੱਲ ਸੁਣਨ ਤੋਂ ਪਰੋਖੇ ਕਰ ਦਿੱਤਾ। ਫਿਰ ਸਾਈਡ ਵਾਲੇ ਨੇ ਦੱਬ ਕੇ ਆਵਾਜ਼ ਮਾਰੀ, ਕਹਿੰਦਾ ਸੁਣਿਆ ਨਹੀਂ। ਫਿਰ ਆਪਾਂ ਹੀ ਕਹਾਂਗੇ ਉਹ ਮੇਰਾ ਧਿਆਨ ਨਹੀਂ ਸੀ। ਹੁਣ ਇੱਥੇ ਗੱਲ ਕਿ ਧਿਆਨ 'ਚ ਜਦੋਂ ਅਨਹਦ ਤੂਰਾ ਗੁਰੂ ਦਾ ਗਿਆਨ ਆ ਗਿਆ, ਫਿਰ ਸਾਡਾ ਕਿਸੇ ਚੀਜ਼ ਵੱਲ ਕੋਈ ਧਿਆਨ ਨਹੀਂ ਜਾਵੇਗਾ। ਤੇ ਅੱਜ ਸਾਡਾ ਧਿਆਨ ਹੋਰ ਹੀ ਕਿਸੇ ਪਾਸੇ ਤੁਰਿਆ ਫਿਰਦਾ ਗਾ।
ਤੇ ਫਿਰ ਸਾਡਾ ਧਿਆਨ ਆ ਜਿਹੜਾ ਗੁਰੂ ਨਾਲ ਜੁੜ ਜਾਣਾ ਚਾਹੀਦਾ ਗਾ। ਫਿਰ ਪਾਤਸ਼ਾਹ ਜੀ ਕਹਿੰਦੇ ਨੇ ਵਾਜੇ ਸ਼ਬਦ ਘਨੇਰੇ ਰਾਮ। ਤੇ ਜਿਹੜੀ ਗੱਲ ਆਪਾਂ ਕੀਤੀ ਸੀ ਸਾਈਡ ਵਾਲੇ ਸਾਈਡਾਂ ਤੋਂ ਨਾ ਸੁਰੀਲੀਆਂ ਆਵਾਜ਼ਾਂ ਦੀ ਧੁਨਾਂ ਦੀ ਕੋਈ ਗੱਲ ਨਹੀਂ ਇੱਥੇ ਹੈ ਵੀ ਕੋਈ ਟੀ ਟੀ ਦੀ ਆਵਾਜ਼ ਆਊ ਜਾਂ ਕੋਈ ਪੈ ਪੈ ਦੀ ਆਵਾਜ਼ ਆਊ ਜਾਂ ਕੋਈ ਇੱਦਾਂ ਦੀ ਆਵਾਜ਼, ਕੁਛ ਨਹੀਂ ਆਵੇਗਾ। ਗਿਆਨ ਰੂਪੀ ਤੂਰਾ ਜਿੱਦੇ ਵੱਜਣ ਲੱਗ ਗਿਆ ਉਹਦੇ ਸਾਡੀ ਜ਼ਿੰਦਗੀ ਸੰਤੁਸ਼ਟ ਹੈ, ਸੋਹਣੀ ਹੈ, ਸੁਚੱਜੀ ਹੈ। ਕੁਚੱਜੇ ਤੋਂ ਸੁਚੱਜੇ ਬਣ ਵੱਲ ਆ ਗਏ, ਫਿਰ ਅਸੀਂ ਗੁਣਵੰਤੀ ਵੱਲ ਪ੍ਰਵੇਸ਼ ਕਰ ਜਾਵਾਂਗੇ। ਫਿਰ ਅੱਗੇ ਪਾਸੇ ਜ਼ਿਕਰ ਕਰਦੇ ਨੇ ਸ਼ਬਦ ਘਨੇਰੇ ਹਰ ਪ੍ਰਭ ਤੇਰੇ। ਸ਼ਬਦ ਘਨੇਰੇ, ਮੇਰੇ ਅੰਦਰ ਸ਼ਬਦ ਦੀ ਧੁਨ ਚੱਲ ਪਈ। ਸ਼ਬਦ ਘਨੇਰੇ ਹਰ ਪ੍ਰਭ ਤੇਰੇ, ਸ਼ਬਦ ਵੀ ਤੇਰਾ ਤੇ ਅਸੀਂ ਵੀ ਤੇਰੇ ਹੋ ਗਏ। ਹਰ ਪ੍ਰਭ ਤੇਰੇ, ਤੂੰ ਕਰਤਾ ਸਭ ਥਾਈਂ, ਤੂੰ ਹੀ ਸਭ ਕੁਛ ਕਰਨ ਵਾਲਾ ਤੇ ਤੇਰਾ ਹੀ ਕੀਤਾ ਹੋਇਆ ਸਭ ਕੁਛ ਹੋ ਰਿਹਾ ਗਾ ਤੇ ਤੂੰ ਸਭ ਥਾਈਂ ਮੌਜੂਦ ਹੈ। ਇਹ ਨਹੀਂ ਹੈ ਵੀ ਤੂੰ ਕੋਈ ਥਾਂ ਛੱਡਤੀ ਜਿੱਥੇ ਤੂੰ ਨਾ ਹੋਵੇਂ, ਤੂੰ ਤਾਂ ਹਰ ਥਾਂ ਤੇ ਹੈ। ਅੱਗੇ ਪਾਤਸ਼ਾਹ ਜੀ ਕਹਿੰਦੇ ਨੇ ਅਹਨਸ ਜਪੀ ਸਦਾ ਸਲਾਹੀ। ਦੋ ਕੰਮ ਕਰਨੇ ਨੇ, ਇੱਕ ਤਾਂ ਦਿਨ ਰਾਤ ਉਹਨੂੰ ਜਪਣਾ ਤੇ ਦੂਜਾ ਉਹਦੀ ਉਪਮਾ ਵੀ ਕਰਨੀ ਹੈ, ਵਡਿਆਈ ਵੀ ਕਰਨੀ ਹੈ। ਤੇ ਵਡਿਆਈ ਤਦ ਹੋਵੇਗੀ ਜਦੋਂ ਸਾਡੇ ਕੰਨਾਂ 'ਚ, ਸਾਡੀਆਂ ਅੱਖਾਂ 'ਚ, ਸਾਡੇ ਸਰੀਰ ਦੇ ਨਾਲ ਹੋਰ ਕਿਸੇ ਪਾਸਿਓਂ ਕੋਈ ਵੀ ਆਵਾਜ਼, ਕੋਈ ਵੀ ਵਸਤੂ, ਕੋਈ ਵੀ ਪਦਾਰਥ ਟੱਚ ਨਾ ਹੋਵੇ। ਉਦੋਂ ਮਤਲਬ ਕਿ ਅਸੀਂ ਦਿਨ ਰਾਤ ਉਹਨੂੰ ਧਿਆ ਸਕਦੇ ਹਾਂ, ਜਪ ਸਕਦੇ ਹਾਂ। ਤਾਂ ਉਹ ਭਗਤ ਧੰਨਾ ਜੀ ਨੇ ਕਿਹਾ ਨਾ ਵੀ ਭਾਵ ਸਾਡੇ ਘਰ ਦੇ ਵਿੱਚ ਸਭ ਕੁਛ ਹੋਣਾ ਅਤੀ ਜ਼ਰੂਰੀ ਆ। ਕਬੀਰ ਸਾਹਿਬ ਵਰਗੇ ਕਹਿੰਦੇ ਭੁੱਖਾ ਭਗਤ ਨਾ ਕੀਜੈ ਜੈ ਮਾਲਾ ਆਪਣੀ ਲੀਜੈ। ਉਹਦਾ ਅਰਥ ਭਾਵ ਕੀ ਸੀ, ਕਿਤੇ ਆ ਦਾਤਾ ਨਾ ਸਾਡੇ ਨਾਲ ਟੱਚ ਨਾ ਹੋਈ ਜਾਣ। ਜੇ ਟੱਚ ਹੁੰਦੀਆਂ ਰਹੀਆਂ ਤੇ ਫਿਰ ਕੀ ਆ, ਫਿਰ ਅਸੀਂ ਤੇਰੇ ਨਾਮ ਨੂੰ ਧਿਆ ਨਹੀਂ ਸਕਾਂਗੇ, ਮਤਲਬ ਤੇਰੀ ਉਪਮਾ ਵਡਿਆਈ ਕਰ ਨਹੀਂ ਸਕਾਂਗੇ। ਇਹਦਾ ਮਤਲਬ ਕੀ ਆ ਵੀ ਜਦੋਂ ਘਰ ਦੇ ਵਿੱਚ ਨਾ ਰਸੋਈ 'ਚ ਕੁਛ ਬਣਦਾ, ਭਾਵ ਸਿਆਣੀ ਮਾਂ ਦਾ ਜਾਂ ਰਸੋਈ ਵਿੱਚ ਕੋਈ ਵੀਰ ਭਾਈ ਪਕਵਾਨ ਬਣਾਉਂਦਾ ਨਾ, ਉਹਦਾ ਸਿਆਣੇ ਬੰਦੇ ਦਾ ਇੱਕ ਸੁਭਾਅ ਆ, ਪਹਿਲਾਂ ਸਾਰੇ ਕੰਮ ਵਾਲਿਆਂ ਨੂੰ ਖਵਾ ਦਿਓ। ਕਿਉਂ? ਕਿਉਂਕਿ ਕਿਸੇ ਦਾ ਧਿਆਨ ਇੱਧਰ ਨਾ ਰਹੇ ਖਾਣ 'ਚ, ਪਹਿਲਾਂ ਰਜਾ ਦਿਓ ਉਹਨਾਂ ਨੂੰ, ਫਿਰ ਉਹ ਆਉਣ ਜਾਣ ਵਾਲਿਆਂ ਨੂੰ ਫਿਰ ਸੰਭਾਲਣਗੇ। ਜੇ ਪਹਿਲਾਂ ਬਣਾਉਣ ਵਾਲਾ ਜਾਂ ਵਰਤਾਉਣ ਵਾਲਾ ਹੀ ਭੁੱਖਾ ਤਾਂ ਉਹਦਾ ਧਿਆਨ ਉਸ ਪਦਾਰਥ ਤੇ ਰਹੇਗਾ, ਉਹਦਾ ਭਾਵ ਅੰਦਰੋਂ ਬਾਰ-ਬਾਰ ਧਿਆਨ ਉਸੇ ਤੇ ਟਿਕਿਆ ਰਹੇਗਾ। ਹੁਣ ਇੱਥੇ ਗੁਰੂ ਨੇ ਕਿਹਾ ਵੀ ਸਾਡਾ ਧਿਆਨ ਆ ਜਿਹੜਾ ਉਹ ਕੇਵਲ ਗੁਰੂ ਤੇ ਇਕਾਗਰ, ਇੱਕ ਮਨ ਚਿੱਤ ਕਿਵੇਂ ਹੋ ਸਕਦਾ? ਦੁਨਿਆਵੀ ਤਲ ਤੇ ਅਸੀਂ ਬਾਹਰੋਂ ਕਿਸੇ ਵੀ ਚੀਜ਼ ਤੋਂ ਟੱਚ ਨਾ ਹੋਈਏ, ਉਹਦੀ ਮੇਲ ਮਿਲਾਪ ਤੋਂ ਦੂਰ ਹੋ ਜਾਈਏ। ਇਹਨੂੰ ਕੀ ਕਿਹਾ ਜਾਂਦਾ? ਨਿਰਲੇਪਤਾ। ਫਿਰ ਪਾਤਸ਼ਾਹ ਜੀ ਕਿ ਦਿਨ ਰਾਤ ਉਹ ਪਰਮਾਤਮਾ ਨੂੰ ਜਪ ਸਕਦਾ, ਅਰਾਧ ਸਕਦਾ ਤੇ ਉਹਦੀ ਉਪਮਾ ਕਰ ਸਕਦਾ ਗਾ। ਉਹਦੀ ਉਪਮਾ ਤਾਂ ਹੋਵੇਗੀ, ਨਹੀਂ ਹੋਵੇਗੀ। ਫਿਰ ਅੱਗੇ ਪਾਤਸ਼ਾਹ ਲਾਸਟ ਵਿੱਚ ਕਹਿੰਦੇ ਨੇ, ਕਹਿੰਦੇ ਅਨਹਦ ਸਹਿਜ ਰਹਿ ਰੰਗ ਰਾਤਾ, ਰਾਮ ਨਾਮ ਰਿੱਧ ਪੂਜਾ। ਆਪਣੇ ਹਿਰਦੇ 'ਚ ਉਹ ਵਾਹਿਗੁਰੂ ਦੀ ਪੂਜਾ ਜ਼ਰੂਰ ਕਰਿਆ ਕਰ। ਨਾਨਕ ਗੁਰਮੁਖ ਏਕ ਪਛਾਣੈ, ਅਵਰ ਨਾ ਜਾਣੈ ਦੂਜਾ। ਨਾਨਕ ਗੁਰਮੁਖ ਏਕ ਪਛਾਣੈ, ਗੁਰਮੁਖ ਬਣ ਕੇ ਇੱਕ ਦੀ ਪਹਿਚਾਣ ਕਰ, ਇੱਕ ਤੋਂ ਬਿਨਾ ਹੋਰ ਕੋਈ ਦੂਜਾ ਨਹੀਂ ਹੈ। ਇੱਥੇ ਸਤਿਕਾਰ ਸਭ ਦਾ ਤੇ ਭਾਵ ਦਿਲ 'ਚ ਪਿਆਰ ਇੱਕ ਦੇ ਪ੍ਰਥਾਏ। ਜਿਵੇਂ ਕਈ ਵਾਰ ਬੱਚੇ ਸਵਾਲ ਕਰ ਦਿੰਦੇ ਨਾ ਵੀ ਜੀ ਆਪਾਂ ਨੂੰ ਇੱਕ ਗੁਰੂ ਪਾਤਸ਼ਾਹ ਦਾ ਹੁਕਮ ਆ ਵੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਕਿਸੇ ਨੂੰ ਮੱਥਾ ਨਹੀਂ ਟੇਕਣਾ। ਇਹ ਬਿਲਕੁਲ ਸਹੀ ਹੈ ਨਾ। ਕਈ ਵਾਰ ਬੱਚੇ ਸਵਾਲ ਕੀ ਕਰਦੇ ਨੇ ਜੀ, ਕੀ ਅਸੀਂ ਆਪਣੇ ਟੀਚਰ ਦੇ ਗੋਡੀ ਹੱਥ ਲਾ ਸਕਦੇ ਹਾਂ? ਹਾਂ, ਲਾ ਸਕਦੇ ਹਾਂ, ਪਰ ਸਾਡੇ ਅੰਦਰ ਪਿਆਰ ਆ ਨਾ ਜਿਹੜਾ, ਉਹ ਗੁਰੂ ਦੇ ਪ੍ਰਥਾਈ ਹੋਣਾ ਚਾਹੀਦਾ ਗਾ। ਟੀਚਰ ਦਾ ਸਤਿਕਾਰ ਆ ਵੀ ਉਹਨੇ ਸਾਨੂੰ ਕਿਸੇ ਨਾ ਕਿਸੇ ਕਿੱਤੇ ਤੱਕ, ਕਿਸੇ ਡਿਊਟੀ ਤੱਕ ਭੇਜਤਾ, ਸੋਹਣਾ ਜੀਵਨ ਸਾਨੂੰ ਬਣਾਉਣ ਦੇ ਲਈ ਪ੍ਰੇਰਿਤ ਕੀਤਾ, ਉਹਦਾ ਸਤਿਕਾਰ ਆ। ਮਾਤਾ ਪਿਤਾ ਦੇ ਜੀ ਜ਼ਰੂਰ ਲਾ ਸਕਦੇ ਆ, ਧੰਨਵਾਦ। ਜੇ ਅਸੀਂ ਮਾਤਾ ਪਿਤਾ ਦੇ ਨੂੰਹ ਸੱਸ ਦਾ ਭਾਵ ਇੱਦਾਂ ਦਾ ਸੁਭਾਅ ਬਣ ਜੇ ਵੀ ਇੱਕ ਦੂਜੇ ਦੇ ਮੇਲ ਮਿਲਾਪ ਦਾ, ਫਿਰ ਇਦੋਂ ਵਧੀਆ ਜੀਵਨ ਕੀ ਹੋ ਸਕਦਾ ਗਾ। ਪਰ ਜਿਹੜਾ ਪਿਆਰ ਆ ਉਹ ਕੇਵਲ ਤੇ ਕੇਵਲ ਪਰਮਾਤਮਾ ਗੁਰੂ ਦੇ ਪ੍ਰਥਾਈ ਹੋਣਾ ਚਾਹੀਦਾ ਗਾ। ਜਿਹੜੀ ਹਰ ਗੱਲ ਆ ਨਾ ਉਹ 2 ਨੰਬਰ ਤੇ ਆ, 1 ਨੰਬਰ ਤੇ ਗੁਰੂ ਹੋਣਾ ਚਾਹੀਦਾ ਬਸ। ਫਿਰ ਕੀ ਆ? ਫਿਰ ਪਾਤਸ਼ਾਹ ਜੀ ਕਹਿੰਦੇ ਜਦੋਂ ਤੇਰੇ ਦਿਲ 'ਚੋਂ ਪਿਆਰ ਆ ਨਾ, ਫਿਰ
ਬਾਹਰੀ ਤੌਰ ਤੇ ਜਿਨ੍ਹਾਂ ਨੇ ਤੈਨੂੰ ਜੀਵਨ ਦੇ ਵਿੱਚ ਕੁਝ ਸੋਹਣਾ ਬਣਾਉਣ ਦੇ ਲਈ ਦਿੱਤਾ ਨਾ, ਉਹਨਾਂ ਦਾ ਤੂੰ ਸਤਿਕਾਰ ਜ਼ਰੂਰ ਕਰੇਂਗਾ, ਪਰ ਅਨਮਤ ਛੱਡ ਦੇਵੇਂਗਾ। ਇੰਨੀ ਕੁ ਤੈਨੂੰ ਭਾਵ ਪਰਖ ਜ਼ਰੂਰ ਹੋ ਜਾਵੇਗੀ ਵੀ ਮੈਂ ਕਿੱਥੇ ਗੋਡੀ ਹੱਥ ਲਾਉਣੇ ਆ ਤੇ ਕਿਹਨੂੰ ਦਿਲ ਦੇ ਵਿੱਚੋਂ ਨਮਸਕਾਰ ਕਰਨੀ ਆ। ਜਿੱਥੇ ਮੇਰਾ ਮੂਲ ਹੈ, ਮੇਰਾ ਅੰਤਰ ਆਤਮੇ ਨਾਲ ਸੰਬੰਧ ਜੁੜਿਆ ਹੋਇਆ, ਉਹ ਮੇਰਾ ਸੱਚਾ ਮਾਲਕ ਹੈ। ਤੇ ਜਿੱਥੇ ਮੈਂ ਬਾਹਰੀ ਤੌਰ ਤੇ ਮਾਤਾ ਪਿਤਾ ਆਪਣੇ ਟੀਚਰ ਦਾ ਸਤਿਕਾਰ ਕਰਦਾ, ਉਹ ਤੇ ਮੇਰਾ ਜੀਵਨ ਬਾਹਰੀ ਤੌਰ ਤੇ ਜੁੜਿਆ ਹੋਇਆ ਹੈ। ਕਿਉਂ? ਉਹਨਾਂ ਨੇ ਮੈਨੂੰ ਕੁਛ ਨਾ ਕੁਛ ਕਰਨ ਦੇ ਲਈ ਜ਼ਿੰਦਗੀ 'ਚ ਪ੍ਰੇਰਿਤ ਕੀਤਾ, ਉਹਨਾਂ ਦਾ ਬਾਹਰੀ ਤੌਰ ਤੇ ਸਤਿਕਾਰ ਆ। ਹੁਣ ਪੱਥਰ ਤੋਂ ਕੀ ਮਿਲਿਆ, ਮੜੀਆਂ ਤੋਂ ਕੀ ਮਿਲਿਆ, ਮਸਾਣਾਂ ਤੋਂ ਕੀ ਮਿਲਿਆ, ਮੱਠਾਂ ਤੋਂ ਕੀ ਮਿਲਿਆ, ਸਾਧੜਿਆਂ ਤੋਂ ਕੀ ਮਿਲਿਆ, ਪੀਰਾਂ ਫਕੀਰਾਂ ਕੋਲ ਜਾਂਦੇ ਚਿਰਾਗ ਚੱਪੇ ਲਾਉਣੇ, ਉੱਥੋਂ ਕੀ ਮਿਲਿਆ? ਉੱਥੇ ਕੁਛ ਵੀ ਨਹੀਂ ਕਰਨਾ ਗਾ। ਕੀ ਉਹਨਾਂ ਨੇ ਸਾਨੂੰ ਕੋਈ ਰੋਟੀ ਬਣਾਉਣਾ ਸਿਖਾਇਆ ਗਾ? ਸਾਨੂੰ ਉਸਾਰੀ ਕਰਨਾ ਸਿਖਾਇਆ ਮਕਾਨ ਦੀ? ਸਾਨੂੰ ਬੀਜ ਬੀਜਣ ਦੇ ਲਈ, ਖੇਤੀ ਕਰਨ ਦੇ ਲਈ ਪ੍ਰੇਰਿਤ ਕੀਤਾ? ਕਿਸੇ ਬਾਬੇ ਨੇ, ਕਿਸੇ ਮੱਟੀ ਨੇ, ਕਿਸੇ ਮਸਾਣ ਨੇ? ਕੁਛ ਨਹੀਂ ਉਹਨਾਂ ਦਾ ਸਾਡੀ ਜ਼ਿੰਦਗੀ 'ਚ ਰੋਲ। ਬਸ ਉਹਨਾਂ ਨੂੰ ਕਿਉਂ ਆਪਾਂ ਮੱਥਾ ਟੇਕੀਏ? ਹਾਂ, ਜਿੱਥੇ ਟੇਕਣਾ ਉਹ ਟੀਚਰ ਆ, ਉਹਨੇ ਸਾਨੂੰ ਕੁਛ ਦਿੱਤਾ, ਉਹਨੇ ਸਾਨੂੰ ਕਿਸੇ ਨਾ ਕਿਸੇ ਡਿਊਟੀ ਤੱਕ ਭੇਜਤਾ। ਮਾਤਾ ਪਿਤਾ ਨੇ ਸਾਨੂੰ ਸੋਹਣਾ ਜੀਵਨ ਦਿੱਤਾ, ਉਹਦਾ ਵੀ ਸਤਿਕਾਰ ਆ। ਸੱਸ ਸਹੁਰੇ ਨੇ ਸਾਨੂੰ ਸੋਹਣਾ ਘਰ-ਬਾਰ ਦਿੱਤਾ, ਸਾਨੂੰ ਜ਼ਿੰਮੇਵਾਰੀ ਦਿੱਤੀ ਆ, ਉਹਨਾਂ ਦਾ ਵੀ ਸਤਿਕਾਰ ਆ। ਪਰ ਜਿੱਥੇ ਕਿਸੇ ਨੇ ਕੁਝ ਸਾਡੀ ਜ਼ਿੰਦਗੀ 'ਚ ਯੋਗਦਾਨ ਪਾਇਆ ਨਾ, ਉਹਦਾ ਸਤਿਕਾਰ ਹੋਣਾ ਜ਼ਰੂਰੀ ਆ। ਪਰ ਪਿਆਰ ਕੇਵਲ ਇੱਕ ਨਾਲ ਹੀ ਹੋਣਾ ਚਾਹੀਦਾ ਗਾ। ਇੱਥੇ ਗੁਰੂ ਸਾਹਿਬ ਨੇ ਲਿਖ ਦਿੱਤਾ, ਨਾਨਕ ਗੁਰਮੁਖ ਏਕ ਪਛਾਣੈ, ਅਵਰ ਨਾ ਜਾਣੈ ਦੂਜਾ। ਇੱਥੋਂ ਤੱਕ ਆਪਾਂ ਅੱਜ ਇੱਕ ਪਦੇ ਦੀ ਵਿਚਾਰ ਕੀਤੀ ਹੈ। ਗੁਰੂ ਪਾਤਸ਼ਾਹ ਕਿਰਪਾ ਕਰਨ, ਜੋ ਪੜ੍ਹਿਆ, ਜੋ ਸੁਣਿਆ, ਸਾਡੇ ਹਿਰਦੇ ਦੇ ਵਿੱਚ ਥੋੜ੍ਹਾ ਬਹੁਤਾ ਵਸ ਜਾਵੇ। ਕਿਨਕਾ ਏਕ ਜਿਸ ਜੀਵ ਸਾਵੈ, ਫਿਰ ਅੱਗੇ ਤਾਂ ਕਿ ਮਹਿਮਾ ਗਨੀ ਨਾ ਆਵੈ। ਫਿਰ ਗੁਰੂ ਪਾਤਸ਼ਾਹ ਕਿਰਪਾ ਕਰਨਗੇ, ਜਿਹੋ ਜਿਹਾ ਉਹਨਾਂ ਦਾ ਆਪਣਾ ਰੰਗ ਰੂਪ ਜੀਵਨ ਤੇ ਉਹੋ ਜਿਹਾ ਜੀਵਨ ਸਾਨੂੰ ਦੇ ਦੇਣਗੇ। ਉਹਨਾਂ ਦਾ ਸੁਭਾਅ ਆ, ਕਿਉਂਕਿ ਗੁਰੂ ਜਦੋਂ ਵੀ ਤੁਰ ਉੱਠਦਾ ਨਾ, ਤੇ ਗੁਰੂ ਬਖਸ਼ਦਾ ਕੀ ਹੈਗਾ? ਦੇਖੋ, ਗੁਰੂ ਕੋਲੇ ਦਾਤਾਂ ਬਹੁਤ ਨੇ, ਜੋ ਮੰਗਾਂਗੇ ਨਾ ਗੁਰੂ ਉਹੀ ਦਿੰਦਾ ਗਾ। ਜੋ ਮੰਗਾ ਠਾਕੁਰ ਆਪਣੇ ਤੇ, ਪਰ ਜਦੋਂ ਗੁਰੂ ਖੁਸ਼ ਹੁੰਦਾ ਨਾ, ਉਦੋਂ ਕੀ ਦਿੰਦਾ ਉਹ? ਇੱਕ ਸਾਡੇ ਤੇ ਸਵਾਲ ਆ ਨਾ ਛੋਟਾ ਜਿਹਾ ਇਹ, ਵੀ ਭਾਵ ਜਦੋਂ ਗੁਰੂ ਸਾਡੇ ਤੇ ਖੁਸ਼ ਹੁੰਦਾ ਨਾ, ਉਹ ਸਾਨੂੰ ਆਪਦੇ ਵਰਗੇ ਬਣਾ ਲੈਂਦਾ। ਬਸ ਇਹ ਸਭ ਤੋਂ ਵੱਡੀ ਦਾਤ ਆ। ਕਿਵੇਂ? ਆਪਾਂ ਰੋਜ਼ ਜਪਜੀ ਸਾਹਿਬ ਦੇ ਵਿੱਚ ਪੜ੍ਹਦੇ ਆ, ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਤੇ ਗੁਰੂ ਕੀ ਹੈ ਸਾਡਾ? ਆਪਾਂ ਗੁਰੂ ਅੱਗੇ ਨਾ ਇਹ ਬੇਨਤੀ ਨਹੀਂ ਕਰਦੇ ਵੀ ਬਾਦਸ਼ਾਹ ਜੀਓ ਸਾਡੀ ਆਹ ਬੇਨਤੀ ਆ। ਆਪਾਂ ਜਦੋਂ ਵੀ ਗੁਰੂ ਅੱਗੇ ਬੇਨਤੀ ਕਰਾਂਗੇ ਨਾ, ਆਪਾਂ ਕਹਾਂਗੇ ਹੇ ਸੱਚੇ ਪਾਤਸ਼ਾਹ। ਆਪਣੀ ਜ਼ੁਬਾਨ ਚੋਂ ਆਪ ਮੁਹਾਰੇ ਸੱਚੇ ਪਾਤਸ਼ਾਹ ਨਿਕਲਿਆ ਨਾ, ਤੇ ਗੁਰੂ ਸਾਡਾ ਕੀ ਆ? ਸੱਚਾ ਪਾਤਸ਼ਾਹ। ਤੇ ਗੁਰੂ ਨੇ ਸਾਨੂੰ ਕੀ ਬਖਸ਼ਿਸ਼ ਕੀਤੀ ਆ? ਸਾਨੂੰ ਵੀ ਸੱਚੇ ਪਾਤਸ਼ਾਹ ਬਣਾ ਲਿਆ। ਕਮਾਲ ਦੀ ਗੱਲ ਆ। ਅਸੀਂ ਤਾਂ ਮਾਮੂਲੀ ਜਿਹੇ ਕੀੜੇ ਆ। ਹਮ ਕੀੜੇ ਕਿਰਮ ਸਤਿਗੁਰ ਸ਼ਰਨਾਈ। ਹਾਂ, ਅਸੀਂ ਤੇਰੀ ਦਰ ਦੇ ਨਾ ਕੀੜੇ, ਕਿਰਮ ਆ ਅਸੀਂ ਤਾਂ, ਪਰ ਬਣਾ ਕੀ ਲੈਤਾ? ਸਾਨੂੰ ਪਾਤਸ਼ਾਹ ਬਣਾ ਲਿਆ। ਇਹ ਕੇਵਲ ਗੁਰੂ ਦਾ ਸੁਭਾਗ ਆ। ਦੁਨੀਆ ਦੇ ਵਿੱਚ ਕਿਸੇ ਵੀ ਰਾਜੇ ਮਹਾਰਾਜੇ ਕੋਲੇ ਜਾਵੋ, ਉਹ ਆਪਣੇ ਵਰਗਾ ਰੂਪ ਨਹੀਂ ਦਿੰਦਾ ਨਾ। ਉਹ ਤਾਂ ਕਹਿੰਦਾ ਮੇਰੇ ਪੈਰ ਥੱਲੇ ਰਹਿਣਾ ਪਊ, ਜੇ ਰਹਿ ਪਏਗਾ ਤਾਂ ਆ ਜਾ, ਜੇ ਨਹੀਂ ਰਹਿਣਾ ਤਾਂ ਹੱਥ ਬੰਨ੍ਹ ਕੇ ਬੇਨਤੀ ਹੈ ਤੂੰ ਜਾ। ਬਗਾਵਤਾਂ ਕਦੋਂ ਹੁੰਦੀਆਂ? ਜਦੋਂ ਮੂਹਰਲੀ ਧਿਰ ਅੜ ਜੇ ਵੀ ਅਸੀਂ ਤੇਰੇ ਪੈਰ ਥੱਲੇ ਨਹੀਂ ਲੱਗਣਾ, ਅਸੀਂ ਬਰੋਬਰ ਰਹਾਂਗੇ। ਤੇ ਗੁਰੂ ਬਰੋਬਰਤਾ ਬਖਸ਼ਦਾ। ਯਾਰ ਇਹੋ ਜਿਹਾ ਗੁਰੂ ਆਪਾਂ ਨੂੰ ਕਿੱਥੇ ਮਿਲਣਾ ਹੈ ਨਾ, ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਇੱਥੋਂ ਤੱਕ ਵਿਚਾਰ ਸਮਾਪਤ ਹੈ। ਬੋਲਦਿਆਂ ਤੋਂ ਬੜੀਆਂ ਭੁੱਲਾਂ ਰਹਿ ਜਾਂਦੀਆਂ ਨੇ। ਗੁਰੂ ਤੇ ਗੁਰੂ ਕੀ ਸੰਗਤ ਬਖਸ਼ਣਯੋਗ ਹੈ। ਸਭ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ।